हे प्राणनाथ गोविंद कृपा निधान जगत गुरु। हे संसार ताप हरण करना मैं सब दुख हरु। हे शरण जोग दयाल दीनानाथ मया करो। शरीर स्वस्थ क्षीण समय सिमरंत नानक राम दामोदर माधव। निमाणे को प्रभ दितु मान मूढ़ मुगध होए। किरपा निधान निमाणिया नुमान बेसमझा नू समझ सूझबूझ अंधकार डार्कनेस मन दे हनेरे नू दूर करने वाले शब्दावतार शब्द गुरु साहिब श्री गुरु ग्रंथ साहिब महाराज जी दे पावन हजूरी अंदर इलाही बाणी लड़ीवार जो आपां शब्द की विचार करनी है, इस शब्द नू गुरु के कीर्तनीय भाई साहब भाई स्वरण सिंह जी मिठा टवाणा साथियां सहित सानू गा के सुना रहे सन। असी उन्हां पासों कीर्तन रूप विच ये शब्द सरवण कीता है। इस शब्द दे विच सतगुरु जी सानू रोशनी की चानना की दे रहे हैं, प्रकाश की कर रहे हैं। आओ इस विचार नाल जुड़िए। विचारण तो पहला कोई भी रसना वांझी ना रह जावे, सारे ही रसना नू सफला कर लईए जी। सतनाम श्री वाहेगुरु सतनाम श्री वाहेगुरु साहेब जी। गौड़ी महला पंजवा। ताप गए पाई प्रभ शांत शीतल पए कीनी प्रभ दात। प्रभ कृपा ते भए सुहेले जन्म जन्म के बिसरे मेले। रहाओ सिमरत सिमरत प्रभ का नाम सगल रोग का बिनसिया था। सहज सुभाए बोले हर बाणी आठ पहर प्रभ सिमरहो प्राणी। दुख दर्द जम नेड़ न आवे कहो नानक जो हर गुण गावे। प्रभ कृपा ते भए सुहेले जन्म जन्म के बिसरे मेले। ये जो मैं मुड़ के तुक नू दोहराया है, इसनू कीर्तनिया ने बार बार गाया असाई इसकी बना के, क्योंकि रहाओ दी पंक्ति है। इस पंक्ति का आधार बना के आप सारे शब्द की विचार करनी। मेरे साहिब जी की बख्शिश कर रहे ने। प्रभ कृपा ते भए सुहेले। सुहेले तो भाव है कि सौखे।
ਸੌਖੇ ਤੋਂ ਭਾਵ ਹੈ ਕਿ ਮਨੁੱਖਾ ਜਨਮ ਸੁਖਾਲਾ ਹੋ ਗਿਆ, ਸੌਖਾ ਹੋ ਗਿਆ। ਕਈ ਵਾਰੀ ਕਹਿੰਦੇ ਆ ਵੀ ਮੇਰਾ ਜਨਮ ਬੜਾ ਔਖਾ ਹੈ, ਮੇਰਾ ਜੀਉਣਾ ਬੜਾ ਔਖਾ ਹੈ। ਇੱਕ ਮਨੁੱਖ ਉਹ ਕਹਿੰਦਾ ਹੈ ਮੈਂ ਤੇ ਬਹੁਤ ਸੌਖਾ ਵਾਂ। ਜਿੰਨੇ ਆਪਾਂ ਬੈਠੇ ਆ ਕੋਈ ਵਿਰਲਾ ਹੋਵੇਗਾ ਕੋਈ ਕਹੇਗਾ ਕਿ ਮੈਂ ਬਹੁਤ ਸੌਖਾ ਵਾਂ। ਬਹੁਤ ਮਨੁੱਖ ਇਹੋ ਜਿਹੇ ਨੇ, ਜੇ ਕਿਸੇ ਕੋਲ ਦੁੱਖ ਦੀ ਗੱਲ ਕਰੀਏ ਤੇ ਬਾਣੀ ਆਪਾਂ ਪੜ੍ਹਦੀਆਂ ਉਹ ਦੁੱਖਾਂ ਦੀਆਂ ਆਪਣੀਆਂ ਪੰਡਾਂ ਹੀ ਖੋਲ ਕੇ ਬੈਠ ਜਾਂਦਾ। ਇੱਕ ਗੱਲ ਕਹਿ ਦਈਏ ਨਾ ਕਿਧਰੇ ਤੇ ਫਿਰ ਉਹ ਆਪਣੇ ਇੱਕ ਦੁੱਖ ਕਿਸੇ ਨੂੰ ਸੁਣਾਈਏ ਤੇ ਅਗਲਾ ਦੁੱਖਾਂ ਦਾ ਭੰਡਾਰਾ ਖੋਲ ਕੇ ਬੈਠ ਜਾਂਦਾ। ਉਹ ਆਪਣੇ ਦੁੱਖ ਸਾਰੇ ਹੀ ਸੁਣਾਉਣੇ ਸ਼ੁਰੂ ਕਰ ਦਿੰਦਾ ਹੈ ਕਿ ਜਿਵੇਂ ਬੜਾ ਹੀ ਸਮੇਂ ਦਾ ਕਿਧਰੇ ਭਰਿਆ ਹੁੰਦਾ ਹੈ ਤੇ ਮੈਨੂੰ ਮੌਕਾ ਮਿਲ ਜਾਏ ਸਹੀ ਵੀ ਮੇਰੇ ਕੋਈ ਦੁੱਖ ਸੁਣਨ ਵਾਲਾ ਹੋਵੇ ਸਹੀ, ਫਿਰ ਉਹ ਆਪਣੇ ਅੰਦਰ ਦੀ ਭੜਾਸ ਕੱਢਣੀ ਸ਼ੁਰੂ ਕਰ ਦਿੰਦਾ। ਔਖਾ ਹੈ। ਸੌਖੇ ਦਾ ਵਿਪਰੀਤ ਸ਼ਬਦ ਹੈ ਔਖਾ, ਔਖੇ ਦਾ ਵਿਪਰੀਤ ਬਣ ਗਿਆ ਸੌਖਾ। ਮੇਰੇ ਸਾਹਿਬ ਜੀ ਕਹਿੰਦੇ ਨੇ ਉਸ ਮਨੁੱਖ ਦਾ ਜਨਮ ਸਦਾ ਸੁਹੇਲਾ ਹੋ ਜਾਂਦਾ, ਸੌਖੇ ਜੀਵਨ ਵਾਲਾ ਬਣ ਜਾਂਦਾ। ਕਿਸ ਦਾ ਜੀ? ਉਹਦਾ ਜਨਮ ਸੌਖਾ ਹੋ ਗਿਆ, ਸੁਖਾਲਾ ਹੋ ਗਿਆ। ਕਿਹਦਾ? ਪ੍ਰਭ ਕਿਰਪਾ ਤੇ, ਪ੍ਰਭ ਕਿਰਪਾ ਤੇ, ਰੱਬ ਦੀ ਕਿਰਪਾ ਨਾਲ। ਤੇ ਕਿਰਪਾ ਕਦੋਂ ਹੁੰਦੀ ਹੈ? ਜਦੋਂ ਅਸੀਂ ਉਸ ਮਾਲਕ ਦੀ ਸ਼ਰਨ ਵਿੱਚ ਆਈਏ। ਇੱਥੇ ਮੇਰੇ ਸਾਹਿਬ ਜੀ ਕਹਿੰਦੇ ਨੇ ਉਹਦਾ ਜਨਮ ਸੁਖਾਲਾ ਹੋ ਗਿਆ, ਉਹਦਾ ਜਨਮ ਸੌਖਾ ਹੋ ਗਿਆ, ਜਿਹਦੇ ਉੱਤੇ ਪਰਮਾਤਮਾ ਦੀ ਉਸ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਕਿਰਪਾ ਤਾਂ ਹੁੰਦੀ ਹੈ ਉਸ ਪਰਮਾਤਮਾ ਦੀ, ਪਰਵਤਗਾਰ ਨਿਰੰਕਾਰ ਦੀ, ਜਦੋਂ ਮਨੁੱਖ ਗੁਰੂ ਦੀ ਸ਼ਰਨ ਵਿੱਚ ਆਉਂਦਾ। ਕਰ ਕਿਰਪਾ ਬਸੋ ਮੇਰਾ ਹੀਰਾ। ਜਿਹੜਾ ਇਹ ਕਹਿੰਦਾ ਹੈ ਮੇਰੇ ਮਾਲਕ ਕਿਰਪਾ ਕਰਕੇ ਤੂੰ ਮੇਰੇ ਹਿਰਦੇ ਵਿੱਚ ਵਸ, ਮੇਰੇ ਹਿਰਦੇ ਘਰ ਦੇ ਵਿੱਚ ਤੂੰ ਆਪ ਵਸ। ਤੇ ਜਿੱਥੇ ਉਹ ਆਪ ਵਸ ਜਾਂਦਾ ਹੈ ਉਸ ਮਨੁੱਖ ਦਾ ਜਿਹੜਾ ਜੀਵਨ ਸੁੱਖ ਦੇ ਵਿੱਚ ਤਬਦੀਲ ਹੋ ਜਾਂਦਾ। ਉਹ ਕਦੀ ਦੁਖੀ ਹੁੰਦਾ ਹੀ ਨਹੀਂ ਹੈ, ਕਿਉਂਕਿ ਉਸ ਦੇ ਹਿਰਦੇ ਵਿੱਚ ਮੇਰੇ ਪਾਤਸ਼ਾਹ ਆਪ ਵਸ ਗਏ। ਮੇਰੇ ਸਾਹਿਬ ਜੀ ਕਹਿੰਦੇ ਨੇ ਜਨਮ ਜਨਮ ਕੇ ਬਿਸਰੇ ਮੇਲੇ, ਬਿਸਰੇ ਹੋਏ ਜਨਮਾਂ ਜਨਮਾਂਤਰਾਂ ਦੇ। ਇੱਕ ਜਨਮ ਨਹੀਂ ਬਹੁ ਜਨਮਾਂ ਦੀ ਗੱਲ ਕੀਤੀ ਹੈ, ਧਿਆਨ ਦਿਆ ਜੇ। ਮੇਰੇ ਸਾਹਿਬ ਜੀ ਕਹਿੰਦੇ ਨੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਫ ਹੋਇਓ। ਬੜੇ ਜਨਮਾਂ ਦੀ ਬਹੁ ਬਚਨ ਹੋ ਗਿਆ ਇੱਥੇ। ਜਿਵੇਂ ਆਪਾਂ ਪੜ੍ਹਦੇ ਨਾ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਫਿਰ ਕੀ ਇੱਥੇ ਵੀ ਵੇਖੋ ਬਹੁ ਬਚਨ ਹੈ। ਜਨਮ ਕਰਮ ਮਲ ਉਤਰੈ, ਜਨਮਾਂ ਜਨਮਾਤਰਾਂ ਦੀ ਜਿਹੜੀ ਤੇਰੇ ਮਨ ਨੂੰ ਮੈਲ ਲੱਗੀ ਹੈ ਨਾ ਕਰਮ ਕਰਕੇ। ਮਾਘ ਮੱਜਨ, ਮੱਜਨ ਮੀਨ ਇਸ਼ਨਾਨ, ਤੂੰ ਗੁਰੂ ਕੀਆਂ ਸੰਗਤਾਂ ਦੇ ਵਿੱਚ ਆ ਤੇ ਗੁਰੂ ਕੀ ਬਾਣੀ ਦਾ ਨਾਮ ਜਪ ਤੇ ਰਾਮਦਾਸ ਦੇ ਸਰੋਵਰ ਦੇ ਵਿੱਚ ਟੁੱਬੀਆਂ ਲਾ। ਧੂੜ ਤੋਂ ਭਾਵ ਹੈ ਗੁਰੂ ਕੀ ਸੰਗਤ ਵਿੱਚ ਆਉਣਾ। ਤੇ ਫਿਰ ਕੀ ਹੋਵੇਗਾ? ਜਨਮ ਜਨਮ ਕੇ ਕਿਲ ਵਿਖ ਨਾਸੇ, ਧੂੜੇ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ। ਤੇ ਫਿਰ ਕਿਆ? ਸਭਨਾ ਨੂੰ ਕਰ ਦਾਨ। ਹੁਣ ਦਾਨ ਕਿਹੜਾ ਕਰਨਾ ਹੈ? ਅਸੀਂ ਦਾਨੀ ਬਣਦੇ ਆ, ਦਾਨ ਦੇਣਾ ਵੀ ਚਾਹੀਦਾ। ਦਸਵੰਧ ਲੋਕੀ ਕੱਢਦੇ ਨੇ, ਕੱਢਣਾ ਚਾਹੀਦਾ। ਮੈਂ ਇਸ ਪਾਸੇ ਨਹੀਂ ਮਨਾ ਕਰਦਾ, ਸਭ ਕੁਝ ਕਰਨਾ ਚਾਹੀਦਾ। ਪਰ ਮੇਰਾ ਪਾਤਸ਼ਾਹ ਕਹਿੰਦੇ ਨੇ ਕਦੀ ਆ ਵੀ ਦਾਨ ਕਰਿਆ ਕਰ। ਕਿਹੜਾ? ਹਰ ਕਾ ਨਾਮ ਧਿਆਏ। ਤੇ ਫਿਰ ਕਿਆ? ਸੁਣ, ਸੁਣ ਕੇ ਤੇ ਪਰਮਾਤਮਾ ਦਾ ਨਾਮ ਸਿਮਰ ਕੇ। ਤੇ ਜਿਹੜਾ ਗੁਰੂ ਦਾ ਸ਼ਬਦ ਸੁਣ ਕੇ ਜਾਵੇ ਨਾ, ਗੁਰੂ ਦਾ ਉਪਦੇਸ਼ ਲਵੇ ਨਾ, ਗੁਰੂ ਦੀ ਸਿੱਖਿਆ ਲਵੇ ਨਾ, ਫਿਰ ਜਾ ਕੇ ਇਹ ਦਾਨ ਦੂਸਰਿਆਂ ਨੂੰ ਦੇ। ਮੀਨਸ ਜਿਹੜਾ ਤੈਨੂੰ ਅੱਜ ਗੁਰੂ ਨੇ ਉਪਦੇਸ਼ ਦਿੱਤਾ, ਗੁਰੂ ਦੀ ਸਿੱਖਿਆ ਦਿੱਤੀ ਹੈ ਨਾ, ਇਸ ਸਿੱਖਿਆ ਨੂੰ ਤੂੰ ਕੇਵਲ ਆਪਣੇ ਹੀ ਕੋਲ ਨਾ ਰੱਖ, ਦੂਸਰਿਆਂ ਨੂੰ ਵੀ ਵੰਡ। ਇਹ ਵੀ ਦਾਨ ਮਨੁੱਖ ਨੂੰ ਦੇਣਾ ਚਾਹੀਦਾ, ਇਹ ਵੀ ਦਾਨ ਕਰਨਾ ਚਾਹੀਦਾ। ਪਰ ਇਹ ਅਸੀਂ ਨਹੀਂ ਕਰਦੇ। ਮੇਰੇ ਸਾਹਿਬ ਜੀ ਕਹਿੰਦੇ ਨੇ ਧਿਆਨ ਦਿਆ ਜੀ, ਮੈਂ ਬਹੁ ਬਚਨ ਦੀ ਗੱਲ ਕਰ ਰਿਹਾ। ਮੇਰੇ ਸਾਹਿਬ ਜੀ ਕਹਿੰਦੇ ਨੇ ਮਾਘ ਮੱਜਨ ਸੰਗ ਸਾਧਵਾਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ। ਫਿਰ ਕਿਆ? ਧਿਆ ਤੇ ਸੁਣ, ਕੰਨਾਂ ਨਾਲ ਹੀ ਸੁਣ ਤੇ ਰਸਨਾ ਨਾਲ ਜਪ।
ਤੇ ਜਿਹੜਾ ਗੁਰੂ ਦਾ ਉਪਦੇਸ਼ ਤੂੰ ਆਪਣੇ ਹਿਰਦੇ ਵਿੱਚ ਵਸਾਇਆ, ਕੰਨਾਂ ਰਾਹੀਂ ਸੁਣ ਕੇ, ਉਹ ਫਿਰ ਹੁਣ ਦੂਸਰਿਆਂ ਨੂੰ ਵੀ ਵੰਡ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਤੇ ਫਿਰ ਕੀ ਹੋਵੇਗਾ? ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਗੁਮਾਨ ਤੋਂ ਭਾਵ ਹੈ ਤੇਰੇ ਅੰਦਰ ਜਿਹੜਾ ਹਉਮੈ ਹੈ, ਹਉਮੈ ਦਾ ਕੰਡਾ ਹੈ, ਹੰਕਾਰ ਤੇਰੇ ਅੰਦਰ ਭਰਿਆ ਹੋਇਆ ਹੈ, ਨਿਰੰਕਾਰ ਤੋਂ ਤੇ ਦੂਰੀਆਂ ਬਣਾਈਆਂ ਹੋਈਆਂ ਨੇ, ਤੇਰੇ ਅੰਦਰੋਂ ਗੁਮਾਨ ਚਲ ਜਾਏਗਾ। ਤੇਰੇ ਅੰਦਰੋਂ ਹਉਮੈ ਦਾ ਜਿਹੜਾ ਕੰਡਾ ਹੈ ਨਾ, ਉਹ ਨਿਕਲ ਜਾਏਗਾ। ਹਉਮੈ ਦੂਰ ਹੋ ਜਾਏਗੀ ਜਦੋਂ ਤੂੰ ਇਹ ਨਾਮ ਵੰਡਣਾ ਸ਼ੁਰੂ ਕਰ ਦੇਂਗਾ। ਪਰ ਜੇ ਵੰਡੇਗਾ ਤੇ ਤਾਂ, ਜੇ ਪੱਲੇ ਕੁਝ ਹੋਵੇਗਾ ਤਾਂ ਹੀ ਵੰਡਣ ਜੋਗਾ ਹੋਵੇਗਾ ਨਾ। ਜੇ ਕੋਲ ਹੀ ਨਹੀਂ ਹੈ ਤੇ ਵੰਡਣਾ ਕੀ ਹੈ? ਕਹਿਣ ਤੋਂ ਭਾਵ ਹੈ ਜੇ ਕੰਨਾਂ ਨਾਲ ਸੁਣੇਗਾ, ਉਸ ਨੂੰ ਆਪਣੇ ਜੀਵਨ ਵਿੱਚ ਧਾਰੇਗਾ, ਉਸ ਨੂੰ ਆਪਣੇ ਪਹਿਲਾਂ ਜੀਵਨ ਦੇ ਵਿੱਚ ਉਤਾਰੇਗਾ, ਤਾਂ ਹੀ ਤਾਂ ਜਾ ਕੇ ਦੂਸਰੇ ਨੂੰ ਦੱਸ ਸਕਦਾ। ਹੁਣ ਗਿਆਨ ਜਿਹੜਾ ਹੈ ਪਹਿਲਾਂ ਆਪਣੇ ਆਪ ਦੇ ਅੰਦਰ ਵਸਾਉਣਾ ਪੈਂਦਾ ਹੈ, ਫਿਰ ਹੀ ਜਾ ਕੇ ਦੂਸਰੇ ਨੂੰ ਵੰਡ ਸਕਦਾ ਹੈ ਨਾ। ਪਹਿਲਾਂ ਗਿਆਨ ਦਾ ਆਪਣੇ ਅੰਦਰ ਸੋਮਾ ਬਣਾਏਗਾ, ਫਿਰ ਵੰਡੇਗਾ। ਧਿਆਨ ਦਿਆ ਜੇ, ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਬੇਭੂਤ ਲਗਾਵੋ। ਗਿਆਨ ਗੁਰੂ ਹੈ। ਗਿਆਨ ਗੁਰੂ ਕਿਵੇਂ ਹੈ? ਥੋੜਾ ਜਿਹਾ ਬਰੀਕੀ ਵਿੱਚ ਜਾਈਏ। ਜਦੋਂ ਅਸੀਂ ਵੇਖਦੇ ਹਾਂ ਕਿਸੇ ਵਿਅਕਤੀ ਨੂੰ ਵੀ ਅਸੀਂ ਗੁਰੂ ਕਹਿੰਦੇ ਹਾਂ ਵੀ ਇਹ ਸਾਡੇ ਗੁਰੂ ਜੀ ਨੇ। ਜੇ ਯੂਪੀ ਵਾਲੇ ਅਸੀਂ ਗਵਾਲੀਅਰ ਵਾਲੇ MP ਦੇ ਪਾਸੇ ਇਲਾਕੇ 'ਚ ਹੁਣ ਵੀ ਜਾਈਏ ਨਾ, ਤੇ ਉੱਥੇ ਜਿਹੜਾ ਗੁਰ ਦਿੰਦਾ ਹੈ ਨਾ, ਜਿਹੜਾ ਕੋਈ ਕੰਮ ਕਿਸੇ ਨੂੰ ਸਿਖਾ ਦੇਵੇ ਨਾ, ਤੇ ਉਹਨੂੰ ਉਹ ਲੋਕ ਕਹਿੰਦੇ ਨੇ ਇਹ ਮੇਰਾ ਗੁਰੂ ਜੀ ਹੈ। ਜਿਵੇਂ ਅਸੀਂ ਪੰਜਾਬੀ 'ਚ ਕਹਿੰਦੇ ਆ ਨੇ ਫਲਾਣੇ ਨੇ ਕਿਸੇ ਕੋਲੋਂ ਗੁਰ ਲੈ ਲਿਆ, ਤੇ ਜਿਹੜਾ ਗੁਰ ਦੇਣ ਵਾਲਾ ਹੈ ਉਹ ਗੁਰੂ ਬਣ ਗਿਆ। ਜਿਹੜਾ ਗੁਰ ਦੇਣ ਵਾਲਾ ਹੈ ਗੁਰੂ ਹੈ। ਤੇ ਗੁਰ ਕੀ ਹੈ? ਗਿਆਨ ਹੈ। ਹੁਣ ਉਹ ਗੁਰੂ ਜੀ ਕਹਿੰਦੇ ਨੇ। ਧਿਆਨ ਦਿਆ ਜੇ, ਗੁਰੂ ਸਰੀਰ ਨਹੀਂ ਜੇ, ਗੁਰੂ ਤਸਵੀਰ ਨਹੀਂ ਹੈ। ਗੁਰੂ ਕੀ ਹੈ? ਗੁਰੂ ਗਿਆਨ ਹੈ। ਇਹਨੂੰ ਮੈਂ ਕਲੀਅਰ ਕਰਨਾ। ਤੁਸੀਂ ਕਹੋਗੇ ਕਿਵੇਂ ਗਿਆਨ ਗੁਰੂ ਹੈ? ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਵੋ। ਗਿਆਨ ਗੁਰੂ ਇਸ ਤਰ੍ਹਾਂ ਹੈ, ਜਦੋਂ ਬੱਚਾ ਸਕੂਲ ਵਿੱਚ ਪੜ੍ਹਨ ਜਾਂਦਾ ਹੈ, ਉਹਦਾ ਨਾਮ ਪੱਪੂ ਹੋਵੇ, ਬਿੱਟੂ ਹੋਵੇ, ਕੁਛ ਵੀ ਹੋਵੇ, ਹੈ ਨਾ ਜੀ। ਉਹਨੇ +2 ਕੀਤੀ, ਫਿਰ ਕਾਲਜ ਗਿਆ, ਫਿਰ ਉਹਨੇ ਮਾਸਟਰ ਡਿਗਰੀ ਕਰ ਲਈ। ਤੇ ਜਦੋਂ ਉਹਨੇ ਗਿਆਨ ਪਹਿਲਾਂ ਸਕੂਲ ਵਿੱਚ ਗਿਆ, ਦਾਖਲਾ ਲਿਆ, ਉਹਨੇ ਗਿਆਨ 12ਵੀਂ ਕਲਾਸ ਕੀਤੀ, ਕਾਲਜ ਗਿਆ, ਫਿਰ ਉਹਨੇ ਡਿਗਰੀ ਪ੍ਰਾਪਤ ਕੀਤੀ, ਤੇ ਪਹਿਲਾਂ ਜਿਹੜਾ ਗਿਆਨ ਸੀ ਬਾਹਰੋਂ ਆਪਣੇ ਅੰਦਰ ਵਸਾਇਆ। ਜਦੋਂ ਗਿਆਨ ਉਹਨੇ ਆਪਣੇ ਅੰਦਰ ਵਸਾਇਆ, ਉਹ ਗਿਆਨਵਾਨ ਹੋ ਗਿਆ, ਤੇ ਹੁਣ ਉਹ ਗਿਆਨ ਵੰਡਣ ਵਾਲਾ ਹੋ ਗਿਆ ਹੈ, ਤੇ ਉਹ ਗੁਰੂ ਜੀ ਬਣ ਗਿਆ। ਹੁਣ ਸਰੀਰ ਤੇ ਗੁਰੂ ਨਾ ਹੋ ਗਿਆ। ਜੇ ਉਹੋ ਹੀ ਮਾਂ ਦੇ 4 ਪੁੱਤ ਹੋਣ, ਇੱਕ ਹਲ ਵਾਹਣ ਵਾਲਾ, ਉਹਨੂੰ ਕੌਣ ਗੁਰੂ ਜੀ ਆਖਦਾ ਹੈ? ਪਰ ਜਿਹੜਾ ਗਿਆਨ ਵੰਡਣ ਵਾਲਾ ਹੈ, ਪਹਿਲਾਂ ਉਹਨੇ ਗਿਆਨ ਆਪਣੇ ਅੰਦਰ ਸਮਾਵੇਸ਼ ਕੀਤਾ, ਫਿਰ ਉਹ ਗਿਆਨ ਵੰਡਣ ਵਾਲਾ ਬਣ ਗਿਆ। ਤੇ ਜਦੋਂ ਗਿਆਨ ਵੰਡਣ ਵਾਲਾ ਬਣਿਆ, ਉਹਨੂੰ ਗੁਰੂ ਕਹਿਤਾ, ਗੁਰੂ ਜੀ ਕਿਹਾ। ਇਸ ਕਰਕੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਗਿਆਨ ਗੁਰੂ ਹੈ, ਨਾ ਤਸਵੀਰ ਤੇ ਨਾ ਕੋਈ ਸਰੀਰ ਹੈ। ਇਸ ਕਰਕੇ ਮੇਰੇ ਸਾਹਿਬ ਜੀ ਸਾਨੂੰ ਗਿਆਨ ਗੁਰੂ ਦਾ ਲੜ ਫੜਾਉਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਰੋਜ਼ ਗਿਆਨ ਦਿੰਦੇ ਨੇ। ਸਾਨੂੰ ਸਰੀਰਾਂ ਨਾਲ ਤਾਂ ਨਹੀਂ ਜੋੜਿਆ ਮੇਰੇ ਮਾਲਕ ਨੇ, ਸਰੀਰਾਂ ਤੋਂ ਦੂਰ ਰੱਖਿਆ ਹੈ, ਸਾਨੂੰ ਤਸਵੀਰਾਂ ਤੋਂ ਦੂਰ ਰੱਖਿਆ, ਕੇਵਲ ਗਿਆਨ ਦਾ ਲੜ ਫੜਾਇਆ। ਤੇਰੇ ਅੰਦਰ ਜਿਹੜਾ ਹਨੇਰਾ ਹੈ, ਤੇਰੇ ਅੰਦਰ ਜਿਹੜੀਆਂ ਮਾਨਸਿਕ ਪ੍ਰੋਬਲਮਸਾਂ ਬਣੀਆਂ ਹੋਈਆਂ ਨੇ, ਡਿਪਰੈਸ਼ਨ ਵਿੱਚ ਸਦਾ ਰਹਿਣਾ ਹੈ, ਤੇਰੇ ਅੰਦਰ ਪਰਮਾਤਮਾ ਦਾ ਜਿਹੜਾ ਨਾਮ ਜਪਣ ਵਾਲਾ, ਉਹਦੇ ਬੋਡੀ ਲੈਂਗੁਏਜ ਦੀ ਜਿਹੜੀ ਫੀਲਿੰਗਸ ਵੱਖਰੀ ਹੁੰਦੀ ਹੈ, ਤੇ ਜਿਹੜਾ ਦੁਖੀ ਹੋਵੇ ਉਹਦੇ ਸਰੀਰ ਦੀ ਫੀਲਿੰਗ ਵੱਖਰੀ ਹੁੰਦੀ ਹੈ। ਉਹਦੇ ਮੱਥੇ ਤੋਂ ਵੱਖਰਾ ਪਤਾ ਲੱਗਦਾ ਹੈ ਵੀ ਇਹ ਦੁਖੀ ਹੈ, ਤੇ ਜਿਹੜਾ ਖੁਸ਼ ਹੋਵੇ ਉਹਦਾ ਜਿਹੜਾ ਮੱਥਾ ਹੈ, ਉਹਦਾ ਜਿਹੜਾ ਚਿਹਰਾ ਮੋਹਰਾ, ਉਹ ਵੱਖਰਾ ਦੱਸਦਾ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਦੇ ਅੰਦਰ ਨਾਮ ਦਾ ਗਿਆਨ ਹੈ, ਚਾਨਣਾ ਹੋ ਗਿਆ, ਪ੍ਰਕਾਸ਼ ਹੋ ਗਿਆ ਹੈ, ਉਹ ਕਦੀ ਤਪਦੇ ਨਹੀਂ, ਉਹ ਕਦੀ ਦੁਖੀ ਨਹੀਂ ਹੁੰਦੇ। ਮੇਰੇ ਸਾਹਿਬ ਜੀ ਕਹਿੰਦੇ ਨੇ, ਕਿਉਂਕਿ ਵਿਛੜਿਆਂ ਨੂੰ ਰੱਬ ਨੇ ਮਿਲਾ ਲਿਆ, ਆਪਣੇ ਨਾਲ ਮਿਲਾ ਲਿਆ। ਪਿਆ ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮਹਿ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਹ ਕਾ ਬਾਸੀਠ। ਹਰ ਨਾਮ ਮੰਤਰ ਦਰੜਾਈਂਦਾ, ਕੱਟੈ ਹੋਂ ਮਹਿ ਰੋਗ,
ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਸੰਜੋਗ ਨਾਨਕ ਸਤਿਗੁਰ ਨਾ ਉਹਨਾਂ ਨੂੰ ਰੱਬ ਨੇ ਮਿਲਾ ਲਿਆ, ਆਪਣੇ ਹਿੱਕ ਨਾਲ ਮੇਰੇ ਮਾਲਕ ਨੇ ਲਾ ਲਿਆ। ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ ਉਹਨਾਂ ਦਾ ਮਨੁੱਖਾ ਜਨਮ ਵੀ ਸੁਹੇਲਾ ਹੋ ਗਿਆ। ਮੇਰੇ ਸਾਹਿਬ ਕਹਿੰਦੇ ਨੇ ਜਨਮ ਜਨਮ ਕੇ ਬਿਸ਼ਰੇ ਮੇਲੇ ਪਰ ਸੱਚੇ ਮਾਰਗ ਚਲਦਿਆਂ। ਜਦੋਂ ਤੂੰ ਸੱਚੇ ਮਾਰਗ ਚਲੇਗਾ ਨਾ ਜਨਮ ਜਨਮ ਦੀਆਂ ਤੇਰੀਆਂ ਮੈਲ ਲੈ ਜਾਣਗੀਆਂ। ਜਨਮਾਂ ਜਨਮਾਤਰਾ ਦੀ ਜਿਹੜੇ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਿਆ। ਜਿਵੇਂ ਕਹਿੰਦੇ ਵੀ ਇਹ ਜਿਹੜਾ ਭਾਂਡਾ ਚੁੱਲ੍ਹੇ ਉੱਤੇ ਰੱਖਿਆ ਕਾਲਾ ਸ਼ਾਹ ਹੋ ਗਿਆ ਹੈ। ਇਹ ਜਿਹੜਾ ਮਨੁੱਖਾ ਜਨਮ ਮਨੁੱਖ ਤੋਂ ਲਿਆ ਹੈ ਨਾ, ਇਹ ਜਨਮਾਂ ਜਨਮਾਤਰਾ ਦੀ ਮੈਲ ਦੇ ਨਾਲ ਐਨ ਕਾਲਾ ਸ਼ਾਹ ਹੋਇਆ ਪਿਆ ਹੈ। ਤੇ ਜਿਹੜਾ ਕਾਲਾ ਸ਼ਾਹ ਹੋਇਆ ਹੋਵੇ ਉਹਨੂੰ ਸਿਆਣੇ ਕਈ ਵਾਰੀ ਰੇਤ ਲੈ ਕੇ ਨਾ ਚੰਗੇ ਐਨ ਤਰ੍ਹਾਂ ਮਾਂਜ ਦਿੰਦੇ ਨੇ, ਤੇ ਉਹ ਫਿਰ ਕਾਲਾ ਸ਼ਾਹ ਹੋਇਆ ਵੀ ਜਿਹੜਾ ਨਾ ਚਿਲਕਣ ਲੱਗ ਪੈਂਦਾ। ਜਦੋਂ ਰੇਤ ਦੇ ਨਾਲ ਉਹਨੂੰ ਚੰਗਾ ਕਰੂੰਚਾ ਲੈ ਕੇ ਮਾਂਜਿਆ ਹੋਵੇ ਉਹ ਚਮਕਣ ਲੱਗ ਪੈਂਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਜਦੋਂ ਤੂੰ ਸ਼ਬਦ ਗੁਰੂ ਦੇ ਨਾਲ ਆਪਣੇ ਮਨ ਨੂੰ ਮਾਂਜ ਲਵੇਂਗਾ ਨਾ, ਇਹ ਵੀ ਫਿਰ ਐਨ ਅੰਦਰੋਂ ਬਾਹਰੋਂ ਚਿਲਕਣ ਲੱਗ ਪਏਗਾ, ਸਾਫ਼ ਹੋ ਜਾਏਗਾ। ਜਦੋਂ ਅਸੀਂ ਗੁਰਦੁਆਰੇ ਆ ਕੇ ਭਾਂਡੇ ਮਾਂਜਨੇ ਆ, ਬਰਤਨ ਮਾਂਜਨੇ ਆ, ਸੇਵਾ ਕਰਦੇ ਆ, ਧਿਆਨ ਦਿਆ ਜੇ, ਇਹਦਾ ਮਤਲਬ ਇਹ ਹੈ ਕਿ ਜਿਵੇਂ ਜਿਵੇਂ ਬੰਦਿਆ ਤੂੰ ਭਾਂਡਿਆਂ ਨੂੰ ਮਾਂਜੀ ਜਾਵੇਂ ਉਵੇਂ ਉਵੇਂ ਤੇਰਾ ਮਨ ਵੀ ਮਾਂਜਿਆ ਜਾਵੇ। ਪਰ ਭਾਂਡਿਆਂ ਨੂੰ ਹੱਥਾਂ ਨਾਲ ਮਾਂਜਦਾ ਹੋਵੇ, ਮਨ ਦੇ ਨਾਲ ਤੂੰ ਗੁਰੂ ਗੁਰੂ ਕਰਦਾ ਹੋਵੇ ਤਾਂ ਮਨ ਮਾਂਜਿਆ ਜਾਣਾ ਏ। ਇਹ ਨਾ ਹੋਵੇ ਤੇ ਭਾਂਡਿਆਂ ਨੂੰ ਤੂੰ ਹੱਥਾਂ ਨਾਲ ਮਾਂਜਦਾ ਹੋਵੇ ਤੇ ਮਨ ਦੇ ਵਿੱਚ ਤੇਰੇ ਈਰਖਾ ਚਲਦੀ ਹੋਵੇ ਜਾਂ ਵਿਕਾਰ ਚਲਦੇ ਹੋਣ, ਕੰਨਾਂ ਨਾਲ ਤੂੰ ਮਾੜੇ ਬੋਲ ਸੁਣਦਾ ਹੋਵੇ ਜਾਂ ਮਨ ਭਾਂਡੇ ਮਾਂਜਦਾ ਹੋਇਆ ਤੂੰ ਰਸਨਾ ਨਾਲ ਮਾੜੇ ਬੋਲ ਬੋਲਦਾ ਹੋਵੇ, ਫਿਰ ਗੱਲ ਨਹੀਂ, ਮਨ ਨਹੀਂ ਮਾਂਜਿਆ ਜਾਣਾ। ਮੇਰੇ ਸਾਹਿਬ ਜੀ ਕਹਿੰਦੇ ਨੇ ਮਨ ਨੂੰ ਮਾਂਜਣਾ ਹੈ ਤੇ ਜਿਵੇਂ ਭਾਂਡੇ ਮਾਂਜ ਰਿਹਾ ਹੈ ਐਵੇਂ ਬਾਣੀ ਪੜਿਆ ਕਰ, ਸੁਣਿਆ ਕਰ, ਤੇਰਾ ਮਨ ਮਾਂਜਿਆ ਜਾਏਗਾ। ਜਿੱਦਨ ਮਨ ਮਾਂਜਿਆ ਗਿਆ ਨਾ, ਜਿਉ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜਿਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੋੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ। ਕਹੈ ਨਾਨਕ ਜਿਨ ਮਨ ਨਿਰਮਲ। ਹੁਣ ਨਾਨਕ ਗੁਰੂ ਜੀ ਕਹਿੰਦੇ ਨੇ ਹੇ ਭਾਈ ਜਿਹਨਾਂ ਦਾ ਮਨ ਨਿਰਮਲ ਹੈ, ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ। ਕੌਣ? ਗੁਰ ਨਾਲੇ ਨਾਲ ਰਹਿੰਦਾ ਹੈ ਗੁਰੂ, ਫਿਰ ਉਹਨੂੰ ਕਦੇ ਉਹਦਾ ਸਾਹ ਨਹੀਂ ਛੱਡਦਾ, ਉਹ ਹਮੇਸ਼ਾ ਨਾਲ ਰਹਿੰਦਾ ਹੈ। ਜਿਵੇਂ ਮਾਂ ਨੂੰ ਆਪਣਾ ਬੱਚਾ ਪੁੱਤ ਬੜਾ ਪਿਆਰਾ ਹੈ, ਕਦੀ ਵੀ ਸਾਹ ਨਹੀਂ ਕਰਦੀ, ਕਿਧਰੇ ਇੱਧਰ ਉੱਧਰ ਡਿੱਗ ਨਾ ਪਵੇ, ਕਿਧਰੇ ਅੱਗ ਦੇ ਵਿੱਚ ਜਾ ਕੇ ਹੱਥ ਨਾ ਮਾਰ ਦੇਵੇ, ਪਾਣੀ ਦਾ ਪਤੀਲਾ ਉਬਲਦਾ ਪਿਆ ਹੈ ਕਿਧਰੇ ਉਹਦੇ ਵਿੱਚ ਹੱਥ ਨਾ ਪਾ ਦੇਵੇ, ਵਿਸਾਹ ਨਹੀਂ ਕਰਦੀ। ਉਹਨੂੰ ਪਤਾ ਹੈ ਕਿ ਇਹ ਨਿਆਣਾ ਹੈ, ਪਾਣੀ ਦਾ ਪਤੀਲਾ ਉਬਲ ਰਿਹਾ, ਕਿਧਰੇ ਹੱਥ ਨਾ ਜਾ ਕੇ ਪਾ ਦੇ, ਹੱਥ ਸੜ ਜਾਣਗੇ। ਤਵੀ ਤੱਤੀ ਅੱਗ ਵਰਗੀ ਹੋਈ ਹੈ ਤੇ ਮਾਂ ਧਿਆਨ ਰੱਖਦੀ ਹੈ ਮੇਰੇ ਤੱਤੇ ਤਵੇ ਤੇ ਹੱਥ ਨਾ ਲਾਏ, ਹੱਥ ਦੇ ਸੜ ਨਾ ਜਾਣ। ਮੇਰਾ ਗੁਰੂ ਵੀ ਫਿਰ ਇਸੇ ਤਰ੍ਹਾਂ ਧਿਆਨ ਰੱਖਦਾ ਹੈ ਕਿ ਜਿਹੜਾ ਮੇਰਾ ਸਿੱਖ ਹੈ ਕਿਧਰੇ ਵਿਕਾਰਾਂ ਦੀ ਭੱਠੀ ਦੇ ਵਿੱਚ ਕਿਧਰੇ ਝੁਲਸਿਆ ਨਾ ਜਾਏ। ਮੇਰਾ ਗੁਰੂ ਵੀ ਫਿਰ ਵੇਖਦਾ ਹੈ ਕਿਧਰੇ ਇਹ ਝੁਲਸ ਨਾ ਜਾਏ, ਇਹਨੂੰ ਅੱਗ ਨਾ ਲੱਗ ਜਾਏ, ਕਿਧਰੇ ਤਪ ਨਾ ਜਾਏ। ਕਿਉਂਕਿ ਮੇਰੇ ਸਾਹਿਬ ਜੀ ਕਹਿੰਦੇ ਨੇ ਇੱਕ ਅੱਗ ਨਹੀਂ ਬੜੀਆਂ ਅੱਗ ਬਲ ਰਹੀਆਂ ਨੇ। ਤਾਪ ਗਏ ਪਾਈ ਪ੍ਰਭ ਸਾਤ, ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਸੰਸਕ੍ਰਿਤ ਦੇ ਵਿੱਚ ਮੇਰੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਾਵਨ ਬਚਨ ਨੇ ਕ੍ਰੋਧ। ਹੁਣ ਤਵੀ ਤੇ ਮੈਂ ਪਤੀਲੇ ਵਿੱਚ ਪਾਣੀ ਉਬਲਣ ਦੀ ਗੱਲ ਕੀਤੀ, ਮਾਂ ਖਿਆਲ ਰੱਖਦੀ ਹੈ ਤੇ ਗੁਰੂ ਮੇਰਾ ਇਹ ਖਿਆਲ ਰੱਖਦਾ ਹੈ ਕਿ ਕ੍ਰੋਧ ਦੀ ਅੱਗ ਦੇ ਵਿੱਚ ਮੇਰਾ ਸਿੱਖ ਨਾ ਸੜ ਜਾਏ, ਕਿਧਰੇ ਲੋਭ ਦੀ ਆਗੇ ਦੇ ਉੱਤੇ ਜ਼ੋਰ ਨਾ ਪਾ ਦੇ, ਕਿਧਰੇ ਹਿੰਸਾ ਦੀ ਆਗੇ ਤੇ ਜ਼ੋਰ ਨਾ ਪਾ ਦੇਵੇ, ਤੇ ਕਿਧਰੇ ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਤੇ ਜਿਹਦੇ ਅੰਦਰ ਇਹ ਅੱਗ ਲੱਗ ਗਈ ਨਾ ਉਹ ਫਿਰ ਬੁਝਦੀ ਨਹੀਂ। ਬਾਹਰ ਦੀ ਅੱਗ ਪਾਣੀ ਨਾਲ ਬੁਝ ਜਾਂਦੀ ਹੈ,
ਪਰ ਜੇ ਸਮੁੰਦਰ ਦੇ ਵਿੱਚ ਨੌਕਾ ਚੱਲ ਰਹੀ ਹੋਵੇ, ਸਮੁੰਦਰ ਦੇ ਵਿੱਚ ਅੱਗ ਲੱਗ ਜਾਏ, ਫਿਰ ਕੀ ਕਰੋਗੇ? ਕਿਵੇਂ ਬੁੱਝ ਸਕਦੀ ਹੈ? ਬੇੜੀ ਦੇ ਵਿੱਚ ਅੱਗ ਲੱਗ ਜਾਏ, ਕਿਵੇਂ ਬੁੱਝ ਸਕਦੀ ਹੈ? ਮਾਂ ਹੀ ਜੇ ਆਪਣੇ ਪੁੱਤਰ ਨੂੰ ਜ਼ਹਿਰ ਦੇ ਦੇਵੇ ਤੇ ਕੌਣ ਬਚਾ ਸਕਦਾ ਹੈ? ਕੋਈ ਨਹੀਂ ਬਚਾਉਣ ਵਾਲਾ ਹੈਗਾ। ਮੇਰੇ ਸਾਹਿਬ ਜੀ ਇਸ ਕਰਕੇ ਕਹਿੰਦੇ ਨੇ, ਐ ਮਨੁੱਖ ਵਿਖਿਅੰਤ ਜੀਵੰ ਵਸਿਅੰ ਕਰੋਤ ਨਿਰਤੰ ਕਰੋਤ ਜਥਾ ਮਰਕਟੈ। ਮਰਕਟੈ ਤੋਂ ਭਾਵ ਹੈ ਤੇਰਾ ਜਿਹੜਾ ਮਨੁੱਖ ਦਾ ਜਿਹੜਾ ਮਨ ਹੈ ਨਾ, ਉਹ ਬਾਂਦਰ ਦੀ ਨਿਆਈ ਹੈ। ਮਰਕਟੈ ਕਹਿੰਦੇ ਨੇ ਬਾਂਦਰ ਨੂੰ, ਤੇ ਮਨ ਜਿਹੜਾ ਹੈ ਬਾਂਦਰ ਦੀ ਨਿਆਈ ਹੈ, ਟਿਕਦਾ ਨਹੀਂ ਹੈ। ਮਨ ਇਧਰ ਉਧਰ ਦੌੜਦਾ ਰਹਿੰਦਾ ਹੈ, ਤੇ ਜਿਹੜਾ ਮਨ ਇਧਰ ਉਧਰ ਜਦੋਂ ਦੌੜਦਾ ਹੈ ਨਾ ਮਨੁੱਖ ਦਾ, ਤੇ ਇਹ ਜਿਵੇਂ ਬਾਂਦਰ ਕਾਬੂ ਮਦਾਰੀ ਦੇ ਆ ਜਾਂਦਾ ਹੈ, ਤੇ ਮਦਾਰੀ ਜਿਹੜਾ ਫਿਰ ਉਹਨੂੰ ਦਰ ਦਰ ਤੇ ਨਚਾਉਂਦਾ ਹੈ, ਦਰ ਦਰ ਤੇ ਭਟਕਾਉਂਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਦਾ ਮਨ ਵਿਕਾਰਾਂ ਰੂਪੀ ਬਾਂਦਰ ਨੇ ਕਾਬੂ ਕਰ ਲਿਆ, ਉਹ ਵੀ ਫਿਰ ਐਵੇਂ ਤੜਫਦਾ ਫਿਰਦਾ ਹੈ ਜਿਵੇਂ ਮਦਾਰੀ ਨੇ ਕਾਬੂ ਕੀਤਾ ਹੋਵੇ ਬਾਂਦਰ ਨੂੰ। ਮੇਰੇ ਸਾਹਿਬ ਜੀ ਕਹਿੰਦੇ ਨੇ ਹਿੰਸਾ, ਮੋਹ, ਲੋਭ ਤੇ ਗੁੱਸਾ ਇਹ ਹਮੇਸ਼ਾ ਉਹਨੂੰ ਤਪਾਉਂਦਾ ਰਹਿੰਦਾ ਹੈ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜੀ ਆਪਾਂ ਰੋਜ਼ ਪੜ੍ਹਦੇ ਆ ਨਾ, ਜਿਉ ਤਪਤ ਹੈ ਬਾਰੋ ਬਾਰ। ਲੱਕੜ ਤੇ ਇੱਕ ਵਾਰੀ ਸੜਦੀ ਹੈ, ਜੇ ਕਈ ਬੀਬੀਆਂ ਹੁੰਦੀਆਂ ਨੇ ਇੱਕ ਵਾਰੀ ਅੱਗ ਵਿੱਚ ਸਾੜ ਕੇ ਨਾ ਲੱਕੜ ਨੂੰ, ਤੇ ਆਪਣਾ ਕੰਮ ਕਰਕੇ ਉਹਨੂੰ ਫਿਰ ਬਾਹਰ ਕੱਢ ਕੇ ਪਾਣੀ ਉਹਦੇ ਉੱਤੇ ਪਾ ਕੇ ਫਿਰ ਬੁਝਾ ਕੇ ਰੱਖ ਲੈ, ਦੂਜੇ ਦਿਨ ਫਿਰ ਸਾੜਦੀ। ਵੀ ਅੱਗ ਬੁਝਾ ਦਿੱਤੀ, ਹੁਣ ਦੁਬਾਰੇ ਦਿਨ ਦੂਸਰੇ ਦਿਨ ਫਿਰ ਹੁਣ ਚੁੱਲ੍ਹੇ ਵਿੱਚ ਲੋੜ ਹੈਗੀ ਹੈ ਤੇ ਉਹਦੇ ਉੱਤੇ ਫਿਰ ਅੱਗ ਲਾਈ ਤੇ ਫਿਰ ਸਾੜ ਦਿੱਤਾ। ਬਸ ਆਹ ਮਨ ਦੀ ਵੀ ਇਹੋ ਹੀ ਹਾਲਤ ਹੈ। ਲੱਕੜ ਤੇ ਜਿਵੇਂ ਰੋਜ਼ ਚੁੱਲ੍ਹੇ ਵਿੱਚ ਜਿੰਨੀ ਕੁ ਲੋੜ ਹੋਈ ਸੜ ਗਈ, ਫਿਰ ਉਹਨੂੰ ਪਾਣੀ ਪਾਇਆ ਬੁੱਝ ਗਈ। ਇਹ ਵੀ ਮਨ ਜਿਹੜਾ ਹੈ ਕਦੀ ਖੁਸ਼ ਹੋ ਜਾਂਦਾ ਹੈ, ਕਦੀ ਇਹ ਫਿਰ ਸੜਨ ਲੱਗ ਪੈਂਦਾ ਹੈ। ਇਹ ਵੀ ਕਦੀ ਤੋਲਾ ਤੇ ਕਦੀ ਮਾਸਾ ਬਣਿਆ ਰਹਿੰਦਾ। ਮੇਰੇ ਪਾਤਸ਼ਾਹ ਕਹਿ ਰਹੇ ਨੇ ਜਿਉ ਤਪਤ ਹੈ ਬਾਰੋ ਬਾਰ। ਮੋੜ ਮੋੜ ਕੇ ਵਾਰ ਵਾਰ ਇਹ ਜਿੰਦ ਤੜਫਦੀ ਹੈ, ਕੁਲਕਦੀ ਹੈ। ਜਿਉ ਤਪਤ ਹੈ ਬਾਰੋ ਬਾਰ। ਤਪ 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 ਕੇ ਭਾਵ ਖਪ ਖਪ ਕੇ ਖਿਰਜਦਾ ਹੈ ਮਨੁੱਖ, ਐਵੇਂ ਕ੍ਰਿਜੀ ਤੁਰਿਆ ਜਾਂਦਾ, ਐਵੇਂ ਗੁੱਸਾ ਕਰੀ ਜਾਂਦਾ। ਘਰ ਦੇ ਹੱਸਦੇ ਰਹਿੰਦੇ ਨੇ, ਵੇਖਦੇ ਰਹਿੰਦੇ ਨੇ ਵੀ ਇਹਨੂੰ ਕਿਉਂ ਗੁੱਸਾ ਚੜ ਰਿਹਾ, ਕਿਉਂ ਅੱਗ ਬਬੋਲਾ ਹੋਈ ਜਾਂਦਾ, ਇਹਨੂੰ ਹੋਇਆ ਕੀ ਹੈ? ਚੰਗਾ ਭਲਾ ਹੈਗਾ ਸੀ, ਹੁਣੇ ਬੈਠਾ ਐਵੇਂ ਅੱਗ ਬਬੋਲਾ ਹੋ ਗਿਆ, ਐਵੇਂ ਤਪੀ ਤੁਰਿਆ ਜਾਂਦਾ। ਤੇ ਦੂਸਰੇ ਕਈ ਵੇਖ ਕੇ ਜਿਹੜੇ ਨੇ ਹੱਸਦੇ ਰਹਿੰਦੇ ਨੇ ਵੀ ਇਹਨੂੰ ਹੋਇਆ ਕੀ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਹੋਇਆ ਕੁਝ ਨਹੀਂ ਹੈ, ਇਹ ਰੱਬ ਤੋਂ ਦੂਰੀਆਂ ਦੀਆਂ ਨਿਸ਼ਾਨੀਆਂ ਨੇ। ਤਾਂ ਹੀ ਕ੍ਰੋਧ ਦੀ ਅੱਗ ਵਿੱਚ ਮਨੁੱਖ ਸੜਦਾ ਹੈ। ਜਿਉ ਤਪਤ ਹੈ ਬਾਰੋ ਬਾਰ। ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ। ਜਿਸ ਹਿਰਦੇ ਘੜ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਨਹੀਂ ਰਹਿੰਦਾ, ਜਿਹੜਾ ਰੱਬ ਨੂੰ ਪਰਮਾਤਮਾ ਨੂੰ ਖੁਝਾ ਦਿੰਦਾ ਹੈ, ਰੱਬ ਨੂੰ ਵਿਸਾਰ ਦਿੰਦਾ ਹੈ, ਉਹ ਇਸ ਤਰ੍ਹਾਂ ਹੀ ਤਪਦਾ ਤੇ ਬਿਲਕਦਾ ਰਹਿੰਦਾ ਹੈ। ਤਪ ਤਪ ਖਪੈ ਬਹੁਤ ਬੇਕਾਰ। ਫਿਰ ਕਿਹਾ ਜੈ ਤਨ ਬਾਣੀ ਵਿਸਰ ਜਾਏ। ਕਿਵੇਂ ਜੀ? ਜਿਉ ਪੱਕਾ ਰੋਗੀ ਬਿਲ ਲਾਏ। ਪੱਕਾ ਭਾਵ ਕੁਸ਼ਟੀ, ਕੋੜੀ। ਜਿਹਨੂੰ ਕੋੜ ਹੋਇਆ ਹੋਵੇ, ਜਿਹਨੂੰ ਕੁਸ਼ਟ ਹੋਇਆ ਹੋਵੇ, ਉਹਦੇ ਨੇੜੇ ਨਹੀਂ ਕੋਈ ਆਉਂਦਾ। ਕਹਿੰਦਾ ਵੀ ਇਹਨੂੰ ਹੱਥ ਲਾਇਆ, ਇਹਨੂੰ ਟੱਚ ਕਰਿਆ, ਇਹ ਛੂਤ ਦਾ ਰੋਗ ਹੈ। ਹੁਣ ਪਹਿਲਾਂ ਤੇ ਛੂਤ ਦੇ ਰੋਗਾਂ ਦਾ ਇਲਾਜ ਨਹੀਂ ਸੀ, ਹੁਣ ਤੇ ਦਵਾਈਆਂ ਦੁਈਆਂ ਕਈ ਜੜੀਆਂ ਬੂਟੀਆਂ ਚੱਲ ਪਈਆਂ ਨੇ। ਲੋਕੀ ਹੱਥ ਨਹੀਂ ਲਾਉਂਦੇ, ਲੋਕੀ ਵੇਖਦੇ ਨਹੀਂ, ਮਨ ਕਰੀਚ ਜਾਂਦਾ ਹੈ, ਮਨ ਦੇ ਵਿੱਚ ਹੋਰ ਤਰ੍ਹਾਂ ਜਿਹਾ ਹੁੰਦਾ ਹੈ, ਇਹਦੇ ਸਰੀਰ ਨੂੰ ਵੇਖ ਕੇ ਵੇਖਦੇ ਵੀ ਨਹੀਂ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਇਸੇ ਤਰ੍ਹਾਂ ਬੰਦਿਆ, ਜੇ ਕੋਈ ਕੋੜ ਰੋਗ ਹੋਵੇ ਤੇ ਉਹਨੂੰ ਵੇਖਣਾ ਵੀ ਬੜਾ ਔਖਾ ਲੱਗਦਾ ਹੈ, ਤੇ ਜਿਹਦੇ ਮਨ ਨੂੰ ਇੱਕ ਤੇ ਤਨ ਨੂੰ ਕੋੜ ਹੋਵੇ ਨਾ, ਤੇ ਲੋਕ ਹੈਲਪ ਕਰ ਦਿੰਦੇ ਨੇ ਨਾ ਵੀ ਚਲੋ ਇਹਦੇ ਤਨ ਦਾ ਕੋੜੀ ਹੈ। ਹੁਣ ਗੁਰੂ ਘਰ ਤੇ ਕੋੜੀਆਂ ਨੂੰ ਵੀ ਮੇਰੇ ਪਾਤਸ਼ਾਹ ਨੇ ਆਪ ਜਾ ਕੇ, ਗੁਰੂ ਅਰਜਨ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹ ਜਦੋਂ ਤਰਨ ਤਾਰਨ, ਜਿੱਥੇ ਅੱਜ ਬਹੁਤ ਵੱਡਾ ਸਰੋਵਰ ਹੈ ਜਿੱਥੇ ਆਪਾਂ ਇਸ਼ਨਾਨ ਕਰਦੇ ਹਾਂ ਨਾ, ਤਰਨ ਤਾਰਨ ਸਾਹਿਬ ਜਾ ਕੇ ਇੱਥੇ ਕੋੜੀਆਂ ਦੀਆਂ ਝੁੱਗੀਆਂ ਹੁੰਦੀਆਂ ਸਨ, ਘੋੜੀਆਂ ਦੇ ਇੱਥੇ ਘਰ ਹੁੰਦੇ ਸਨ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪ ਜਾਣਾ, ਉਹਨਾਂ ਦੇ ਕੋੜ ਨੂੰ ਠੀਕ ਕਰਨ ਵਾਸਤੇ ਆਪ ਮਲਮ ਪੱਟੀ ਕਰਦੇ ਸਨ।
ਤੇ ਫਿਰ ਆਪ ਨਦਰ ਵੀ ਕਰਦੇ ਨੇ, ਨਿਰੀ ਨਦਰ ਨਹੀਂ, ਆਪ ਜਾ ਕੇ ਉਹਨਾਂ ਦੀ ਤੇ ਨਦਰ ਦੇ ਨਾਲ ਹੀ ਕੋੜ ਠੀਕ ਹੋ ਸਕਦਾ ਸੀ। ਤੇ ਹੋਇਆ ਵੀ। ਕਿਉਂ? ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਇੱਕ ਮੈਂ ਸਿਰਫ ਐਗਜ਼ਾਮਪਲ ਤਾਂ ਦੇਣਾ ਚਾਹੁੰਦਾ ਵਾਂ। ਅਸ਼ਟਮ ਬਲਬੀਰਾ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਦਿੱਲੀ ਦੀ ਧਰਤੀ ਤੇ ਬੰਗਲਾ ਸਾਹਿਬ ਜਦੋਂ ਬ੍ਰਾਹਮਣੀ ਸੋਚ ਨੇ ਵੇਖਿਆ ਨਾ ਵੀ ਇਹ 8 ਕੋ ਵਰਿਆਂ 7 ਕੋ ਵਰਿਆਂ ਦਾ ਬਾਲਕ ਰੱਬ ਹੋ ਸਕਦਾ ਹੈ, ਇਹ ਗੁਰੂ ਨਾਨਕ ਦੀ ਜੋਤ ਹੋ ਸਕਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੇ ਦੀਪਾਲਪੁਰ ਕੋੜੀ ਨੂੰ ਜਾ ਕੇ ਠੀਕ ਕਰ ਦਿੱਤਾ। ਨਜ਼ਰ ਕਰਕੇ ਇਹਨਾਂ ਇਹ ਸਹੀ ਕਰ ਸਕਦੇ ਨੇ। ਗੁਰੂ ਨਾਨਕ ਰੂਪ 8ਵੇਂ ਪਾਤਸ਼ਾਹ ਜਦੋਂ ਪਾਲਕੀ ਦੇ ਵਿੱਚ ਸਿੱਖ ਲੈ ਕੇ ਜਾ ਰਹੇ ਨੇ, ਬ੍ਰਾਹਮਣੀ ਸੋਚ ਨੇ ਕੀਤਾ ਕਿ ਗੁਰੂ ਘਰ ਦੀ ਪਰਖ ਕਰਨ ਵਾਸਤੇ ਇੱਕ ਕੋੜੀ ਨੂੰ, ਜਿਹੜਾ ਰਾਹ ਤੋਂ ਮੇਰੇ ਪਾਤਸ਼ਾਹ ਨੇ ਜਾਣਾ ਹੈ, ਉਸ ਰਾਹ ਤੇ ਕੋੜੀ ਨੂੰ ਲਟਾ ਦਿੱਤਾ। ਸਤਿਗੁਰੂ ਜੀ ਨੇ ਨਜ਼ਰ ਕੀਤੀ, ਵੇਖਿਆ ਤੇ ਪਾਤਸ਼ਾਹ ਨੇ ਕਿਹਾ ਇੱਥੇ ਮੇਰਾ ਇਹ ਪਾਲਕੀ ਉਤਾਰ ਦਿਓ। ਪਾਤਸ਼ਾਹ ਨੇ ਆਪਣੇ ਕੋਲੋਂ ਰੁਮਾਲ ਲਿਆ ਤੇ ਉਹਦੇ ਅੰਗਾਂ ਦੇ ਉੱਤੇ ਫੇਰ ਦਿੱਤਾ ਤੇ ਉਹਨੂੰ ਕਿਹਾ ਆਪਣੇ ਸਾਰੇ ਅੰਗਾਂ ਤੇ ਰੁਮਾਲ ਫੇਰ, ਤੇਰਾ ਇਹ ਸਾਰਾ ਕੋੜ ਠੀਕ ਹੋ ਜਾਏਗਾ। ਕਿ ਰੁਮਾਲ ਨਾਲ ਕੋੜ ਠੀਕ ਹੋ ਸਕਦਾ ਹੈ? ਨਹੀਂ। ਇਹ ਤੇ ਨਜ਼ਰ ਕੀਤੀ ਸੀ, ਨਜ਼ਰ ਕੀਤੀ ਅੰਮ੍ਰਿਤ ਦ੍ਰਿਸ਼ਟ ਵੇਖਿਆ ਹੋਏ ਸੰਤ। ਜਦੋਂ ਮਿਹਰ ਦੀ ਨਜ਼ਰ ਦੇ ਨਾਲ ਤੱਕਿਆ ਤੇ ਮੇਰੇ ਪਾਤਸ਼ਾਹ ਨੇ ਉਹਦੇ ਸਾਰੇ ਦੁੱਖ ਦੂਰ ਕਰ ਦਿੱਤੇ। ਤਾਂ ਹੀ ਤਾਂ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਹੈ ਕਿ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਵੇਖਣ ਦੇ ਨਾਲ ਸਾਰੇ ਦੁੱਖ ਚਲੇ ਜਾਂਦੇ ਨੇ। ਤੇ ਦੀਪਾਲਪੁਰ ਦਾ ਕੋੜੀ ਜਿਹੜਾ ਸੀ ਨੂਰ ਮੁਹੰਮਦ, ਇਹ ਜਿਹੜਾ ਕੋੜ ਇਹਨੂੰ ਕਿਉਂ ਪਿਆ ਸੀ? ਇਹ ਕਰੈਕਟਰ ਲੈਸ ਹੋ ਗਿਆ, ਕਰੈਕਟਰ ਇਹਦਾ ਮਾੜਾ ਹੋ ਗਿਆ। ਮਾੜੇ ਕਰੈਕਟਰ ਦੇ ਨਾਲ ਇਹਨੂੰ ਕੋੜਾ ਨੇ ਘੇਰ ਲਿਆ। ਜਿਵੇਂ ਹੁਣ ਵੀ ਕਈ ਧਨਾੜ, ਬਹੁਤ ਧਨਾੜ ਹੁੰਦੇ ਨੇ ਨਾ, ਪੈਸੇ ਪੱਖੋਂ ਜਾਂ ਸਰਕਾਰੀ ਦਰਬਾਰੇ ਗੱਲ ਪੱਖੋਂ ਧਨਾੜ ਹੋਣ, ਜਿਨ੍ਹਾਂ ਦੀ ਸਰਕਾਰੀ ਦਰਬਾਰੇ ਗੱਲ ਹੋਵੇ ਉਹ ਵਿਕਾਰ ਭੋਗਣੋਂ ਜਾਂ ਮਾੜੇ ਕੰਮ ਕਰਨੋਂ ਹਟਦੇ ਨਹੀਂ। ਉਹਨਾਂ ਨੂੰ ਪਤਾ ਹੈ ਅਸੀਂ ਲੋਕਾਂ ਨੂੰ ਖਰੀਦ ਲੈਨੇ ਆ, ਪੈਸੇ ਦੇ ਕੇ ਖਰੀਦ ਲਵਾਂਗੇ, ਸਾਨੂੰ ਕਿਹੜਾ ਕਿਸੇ ਨੇ ਪੁੱਛਣਾ। ਉਹ ਵਿਕਾਰ ਭੋਗਦੇ ਨੇ, ਨਸ਼ਿਆਂ ਦੀਆਂ ਵਰਤੋਂ ਕਰਦੇ ਨੇ, ਫਿਰ ਉਹਨਾਂ ਦੇ ਅੰਦਰ ਰੋਗ ਫੁੱਟ ਕੇ ਬਾਹਰ ਨਿਕਲਦੇ ਨੇ। ਤੇ ਜਦੋਂ ਫੁੱਟ ਕੇ ਬਾਹਰ ਨਿਕਲਦੇ ਨੇ ਫਿਰ ਉਹਨਾਂ ਦਾ ਇਲਾਜ ਹੋ ਜਾਂਦਾ ਹੈ। ਮੇਰੇ ਸਾਹਿਬ ਜੀ ਨੇ ਵੇਖਿਆ ਇਹਦੇ ਅੰਦਰ ਰੋਗ ਫੁੱਟ ਕੇ ਬਾਹਰ ਨਿਕਲੇ ਸਨ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੜੇ ਰਹਿਮਤਾਂ ਦੇ ਘਰ ਵਿੱਚ ਆਏ। ਤਰਸ ਦੀਪਾਲਪੁਰ ਦੇ ਵਿੱਚ ਜਦੋਂ ਜਾਂਦੇ ਨੇ, ਇੱਥੇ ਲੋਕ ਹੋਰ ਖੜੇ ਹੋਏ ਨੇ। ਮੇਰੇ ਸਤਿਗੁਰਾਂ ਨੇ ਕਿਹਾ ਅਸੀਂ ਰਾਤ ਇਸ ਨਗਰ ਵਿੱਚ ਰਹਿਣਾ ਹੈ। ਤੇ ਜਿਹੜੀ ਜੁੰਡਲੀ ਖਲੋਤੀ ਹੋਈ ਸੀ, ਕਹਿਣ ਲੱਗੇ ਨੂਰ ਮੁਹੰਮਦ ਦੀ ਇੱਥੇ ਸਰਾਂ ਹੈ, ਉੱਥੇ ਚਲੇ ਜਾਓ। ਤੇ ਸਤਿਗੁਰੂ ਜੀ ਦੇ ਤਾਰ ਨਹੀਂ ਉਸ ਨੂੰ ਆਏ ਸਨ। ਕਿਹਾ ਨੂਰ ਮੁਹੰਮਦ ਨੂਰੇ ਦੀ ਸਰਾਂ ਹੈਗੀ ਹੈ, ਉੱਥੇ ਜਾਓ। ਤੇ ਉੱਥੇ ਕੀ ਸੀ? ਇੱਕ ਝੁੱਗੀ ਹੈ ਤੇ ਝੁੱਗੀ ਦੇ ਵਿੱਚ ਇੱਕ ਕੋੜੀ ਵਿਲਕ ਰਿਹਾ ਹੈ। ਉਹਨੇ ਆਪਣਾ ਇੱਕ ਬਰਤਨ ਬਾਹਰ ਰੱਖਿਆ, ਕੋਈ ਆਵੇ ਤੇ ਭਾਂਡੇ ਵਿੱਚ ਪਾ ਦਿੰਦਾ ਹੈ। ਉਹ ਬਾਹਰ ਜਦੋਂ ਪਾ ਕੇ ਚਲੇ ਜਾਵੇ ਤੇ ਅੰਦਰ ਰੱਖ ਲੈਂਦਾ ਤੇ ਅੰਦਰ ਖਾ ਲੈਂਦਾ, ਦਿਨੇ ਰਾਤ ਮਿਲਕਦਾ ਰਹਿੰਦਾ। ਮੇਰੇ ਪਾਤਸ਼ਾਹ ਉੱਥੇ ਗਏ, ਜਦੋਂ ਆਵਾਜ਼ ਦਿੱਤੀ ਤੇ ਅੰਦਰੋਂ ਨੂਰੇ ਨਾਮ ਦਾ ਜਿਹੜਾ ਕੋੜੀ ਵਿਲਕ ਰਿਹਾ ਸੀ ਕਹਿਣ ਲੱਗਾ ਮੇਰੇ ਪਾਸ ਤੇ ਪਸ਼ੂ ਵੀ ਨਹੀਂ ਆਉਂਦੇ, ਕੌਣ ਮਨੁੱਖ ਮੈਨੂੰ ਆ ਕੇ ਆਵਾਜ਼ ਮਾਰ ਰਿਹਾ ਹੈ? ਮੈਂ ਕੋੜ ਨਾਲ ਵਿਲਕ ਰਿਹਾ, ਮੇਰੇ ਕੋਲ ਛੂਤ ਦਾ ਮੈਨੂੰ ਰੋਗ ਲੱਗਾ ਹੈ, ਮੇਰੇ ਪਾਸ ਨਾ ਆ। ਤੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਤੂੰ ਇੱਕ ਵਾਰੀ ਆਪਣਾ ਬੂਹਾ ਤੇ ਖੋਲ, ਇਹ ਖਿੜਕਾ ਜਾ ਤੇ ਅੱਗੋਂ ਹਟਾ, ਅਸੀਂ ਤੈਨੂੰ ਹੀ ਮਿਲਣ ਵਾਸਤੇ ਆਏ ਆ। ਕਹਿਣ ਲੱਗਾ ਮੈਨੂੰ ਕੋਈ ਅੱਜ ਤੱਕ ਨਹੀਂ ਆਇਆ ਮਿਲਣ ਵਾਸਤੇ, ਮੈਂ ਰੋਗ ਨਾਲ ਤੜਫ ਰਿਹਾ। ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਅੰਦਰ ਜਾਂਦੇ ਨੇ, ਉਸ ਕੋੜੀ ਨੂੰ ਤੜਫ ਰਹੇ ਹੋਏ ਨੂੰ ਆਪਣੇ ਗਲ ਨਾਲ ਲਾ ਲੈਂਦੇ ਨੇ। ਤੇ ਜਿਹੜਾ ਅੰਦਰੋਂ ਇਹ ਗੱਲ ਕਹਿ ਰਿਹਾ ਸੀ ਪ੍ਰਭ ਮੋਹੇ ਕਬ ਗਲ ਲਾਵਹਿੰਗੇ, ਤੇ ਅੱਜ ਗੁਰੂ ਨੇ ਐਸਾ ਗਲ ਦੇ ਨਾਲ ਲਾਇਆ, ਉਹਦਾ ਸਾਰੇ ਦਾ ਸਾਰਾ ਰੋਗ ਮਿਟਾ ਦਿੱਤਾ। ਕਹਿਣ ਤੋਂ ਭਾਵ ਹੈ ਗੁਰੂ ਸਾਡੇ ਰੋਗ ਮਿਟਾ ਦਿੰਦਾ ਹੈ। ਜੇ ਗੁਰੂ ਦੀ ਮਿਹਰਮਤ ਦੇ ਅਸੀਂ ਪਾਤਰ ਬਣ ਜਾਈਏ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਜਾ ਕੇ ਕੋੜੀਆਂ ਦੇ ਰੋਗ ਮਲਮ ਪੱਟੀ ਇਸ ਕਰਕੇ ਕਰਦੇ ਸਨ
कि किसी नूं नफरत ना रवे। गुरु अर्जन साहब महाराज भी नदर दे नाल कोड़ लोकां दा ठीक कर सकदे ने, पर आप मलम पट्टी करदे ने। आप जाके जिहड़ियां दे हत्थ झड़ चुके होंदे ने उहनां दे मूहां दे जाके विच गराहियां पाउंदे ने, क्योंकि सिख नूं सेवा करन दा ढंग दस्सिया जावे। बई नहीं, एवें नहीं, इस तरह हत्थां दे नाल भी सेवा कीती जा सकदी है। ਜਿਹੜਾ ਜਿਸ ਤਰ੍ਹਾਂ, ਕਿਉਂਕਿ ਜੇ ਇਹ ਪਾਤਸ਼ਾਹ ਨਾ ਕਰਦੇ ਤੇ ਸਿੱਖਾਂ ਨੇ ਕਹਿਣਾ ਸੀ ਗੁਰੂ ਸਾਹਿਬ ਜੀ ਦੇ ਨਦਰ ਦੇ ਵਿੱਚ ਇੰਨੀ ਤਾਕਤ ਸੀ, ਉਹ ਤੇ ਨਦਰ ਦੇ ਨਾਲ ਠੀਕ ਕਰਦੇ ਦਿੰਦੇ ਸਨ, ਤੇ ਮਲਮ ਪੱਟੀ ਦੀ ਤੇ ਹੁਣ ਸਾਨੂੰ ਲੋੜ ਹੀ ਨਹੀਂ ਹੈ, ਅਸੀਂ ਤੇ ਇਹ ਕੰਮ ਕਰ ਹੀ ਨਹੀਂ ਸਕਦੇ। ਇਸੇ ਕਰਕੇ ਗੁਰੂ ਹਰਰਾਏ ਸਾਹਿਬ ਮਹਾਰਾਜ ਨੇ ਦਵਾਖਾਨਾ ਬਣਾਇਆ ਸੀ, ਕਿਸੇ ਨੂੰ ਭੁਲੇਖਾ ਨਾ ਪੈ ਜਾ। ਪਰ ਅਸੀਂ ਅੱਜ ਫਿਰ ਵੀ ਭੁਲੇਖੇ ਦੇ ਸ਼ਿਕਾਰ ਹੋਏ ਪਏ ਹਾਂ। ਧਿਆਨ ਦਿਆ ਜੇ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਨਦਰ ਹੁੰਦੀ ਹੈ ਉਦੋਂ ਤਨ ਦਾ ਵੀ ਤੇ ਮਨ ਦਾ ਵੀ ਰੋਗ ਮਿਟ ਜਾਂਦਾ ਹੈ, ਕਿਉਂਕਿ ਭਉ ਖੱਲਾ ਅਗਨ ਤਪਤਾ। ਜਪਜੀ ਸਾਹਿਬ ਦੀ ਤੁਕ ਹੈ, ਭਉ ਖੱਲਾ। ਖੱਲਾ ਇੱਥੇ ਉਹਨੂੰ ਕਹਿੰਦੇ ਨੇ ਜਿਹੜਾ ਸੁਨਿਆਰੇ ਦੀ ਇੱਕ ਧੌਂਖਣੀ ਹੁੰਦੀ ਹੈ ਨਾ, ਧੌਂਖਣੀ ਦੇ ਨਾਲ ਸੁਨਿਆਰਾ ਫੂਕ ਮਾਰਦਾ ਹੈ ਤੇ ਉਹ ਸੋਨੇ ਨੂੰ ਖੋਟ ਕੱਢਣ ਵਾਸਤੇ ਕੋਠਾਲੀ ਵਿੱਚ ਪਾਉਂਦਾ ਹੈ, ਫਿਰ ਉਹ ਧੌਂਖਣੀ ਦੇ ਵਿੱਚ ਫੂਕ ਮਾਰਦਾ ਹੈ ਤੇ ਉਹਦੇ ਵਿੱਚੋਂ ਲਾਂਬੋ ਨਿਕਲਦਾ। ਜਦੋਂ ਲਾਂਬੋ ਨਿਕਲਦਾ ਹੈ ਨਾ ਤੇ ਸੋਨੇ ਨੂੰ ਉਹ ਤਪਾ ਕੇ ਬਿਲਕੁਲ ਪਿਘਲਾ ਦਿੰਦਾ ਹੈ। ਪਿਘਲਾ ਕੇ ਖੋਟ ਵੱਖਰੀ ਤੇ ਸੋਨਾ ਵੱਖਰਾ ਕਰ ਦਿੰਦਾ ਹੈ। ਕੰਗਣ, ਕੜਾ, ਛੱਲਾ, ਛਾਪ ਜੋ ਆਵੇ ਉਹਨੂੰ ਉਦੋਂ ਕੜਾ ਕਿਹਾ ਜਾਏਗਾ, ਉਹਨੂੰ ਮੁੰਦਰੀ ਕਿਹਾ ਜਾਏਗਾ, ਉਹਨੂੰ ਛੱਲਾ ਕਿਹਾ ਜਾਏਗਾ। ਪਰ ਜਦੋਂ ਉਹਦੇ ਚੋਂ ਖੋਟ ਨਿਕਲ ਜਾਂਦੀ ਹੈ ਨਾ, ਫਿਰ ਉਹਨੂੰ ਕੀ ਕਹਿੰਦੇ ਨੇ? ਸੋਨਾ ਹੈ। ਫਿਰ ਉਹਦਾ ਨਾਂ ਸੋਨਾ ਹੈ, ਕਿਉਂਕਿ ਉਹਦੇ ਚੋਂ ਮੈਲ ਨਿਕਲ ਗਈ। ਤੇ ਜਦੋਂ ਕੰਗਣ, ਕੜਾ, ਛੱਲਾ, ਛਾਪ, ਉਹਨੂੰ ਆਪਾਂ ਤੇ ਨਹੀਂ ਕਹਿੰਦੇ ਨਾ ਵੀ ਕੰਗਣ ਸੋਨੇ ਦਾ ਪਾਇਆ ਹੋਵੇ, ਕਹਿੰਦੇ ਆ ਵੀ ਸੋਨਾ ਹੈ। ਉਹਨੂੰ ਕੜਾ ਕਹਿੰਦੇ ਆ, ਛੱਲਾ ਕਹਿੰਦੇ ਆ, ਛਾਪ ਕਹਿੰਦੇ ਆ, ਉਹਦੇ ਚ ਮਿਲਾਵਟ ਹੈ। ਗੁਰੂ ਜੇ ਤਪਾਏਗਾ, ਗੁਰੂ ਕੋਲੋਂ ਬੰਦਿਆ ਕਰੇ ਤੈਨੂੰ ਸੇਕ ਲੱਗ ਜਾਏ ਨਾ, ਜੇ ਤੂੰ ਦੁਨਿਆਵੀ ਸੇਕ ਤੇ ਝੱਲਦਾ ਰਹਿਣਾ ਹੈ, ਦੁਨਿਆਵੀ ਅੱਗ ਦੇ ਵਿੱਚ ਦੇ ਦਿਨੇ ਰਾਤ ਬਲਦਾ ਰਹਿਣਾ ਹੈ, ਉਹ ਸੇਕ ਤੇ ਝੱਲਦਾ ਰਹਿਣਾ ਹੈ ਤੇ ਤਕਲੀਫ ਮਾਣਦਾ ਰਹਿਣਾ ਹੈ, ਕਿਰੇ ਗੁਰੂ ਦਾ ਇੱਕ ਵਾਰੀ ਸੇਕ ਚੱਲ, ਤੇਰੇ ਅੰਦਰ ਦੀ ਖੋਟ ਕੱਢ ਕੇ ਰੱਖ ਦੇਗਾ। ਸੇਕ ਉਹ ਵੀ ਸੇਕ ਹੈ, ਸੇਕ ਇਹ ਵੀ ਹੈ, ਪਰ ਸੇਕ ਦੇ ਵਿੱਚ ਫਰਕ ਹੈ। ਸੇਕ ਦੇ ਵਿੱਚ ਫਰਕ ਹੈ। ਜੇ ਕਿਰੇ ਗੁਰੂ ਨੇ ਤੈਨੂੰ ਕਸਵੱਟੀ ਤੇ ਲੈ ਲਿਆ ਨਾ, ਪਰਖ ਤੇ ਲੈ ਲਿਆ ਨਾ, ਤੇ ਗੁਰੂ ਫਿਰ ਤੇਰੇ ਅੰਦਰ ਦੀ ਮੈਲ ਕੱਢ ਕੇ ਬਾਹਰ ਰਹੇਗਾ, ਇਹਦਾ ਤੇਰਾ ਜੀਵਨ ਸਫਲ ਹੋ ਜਾਏਗਾ। ਪਰ ਗੁਰੂ ਪਿਆਰਿਓ, ਅਸੀਂ ਗੁਰੂ ਦੇ ਕੋਲ ਗੁਰੂ ਦਾ ਸੇਕ ਲੈ ਕੇ ਨਹੀਂ ਰਾਜੀ, ਗੁਰੂ ਪਾਸ ਆ ਕੇ ਰਾਜੀ ਨਹੀਂ। ਬਾਬਾ ਫਰੀਦ ਜੀ ਦੇ ਮੈਂ ਨਾਲ ਸ਼ਬਦ ਦੀਆਂ ਤੁਕਾਂ ਮੈਂ ਆਪ ਨਾਲ ਸਾਂਝੀਆਂ ਕਰਦਾ, ਸ਼ਬਦ ਕਲੀਅਰ ਹੋ ਜਾਏ। ਬਾਬਾ ਫਰੀਦ ਜੀ ਕਹਿੰਦੇ ਨੇ, ਤਪ ਤਪ ਲੋਹੇ ਲੋਹੇ ਹਾਥ ਮਰੋਰੋ, ਬਾਵਲ ਹੋਈ ਸੋ ਸੋ ਲੋਰੋ, ਤੈ ਸਹਿ ਮਨ ਮਹਿ ਕੀਆ ਰੋਸ, ਮੁਝ ਔਗਨ ਸ਼ੈ ਨਾਹੀ ਦੋਸ, ਮੁਝ ਔਗਨ ਤੈ ਸ਼ਹਿ ਨਾਹੀ ਦੋਸ਼। ਕਦੇ ਅਸੀਂ ਕਿਹਾ ਮੇਰੇ ਵਿੱਚ ਔਗਣ ਹੈਗੇ ਨੇ? ਸ਼ਹਿ ਤੋਂ 100 ਕਵਾਂਗੇ, 100 ਤੋਂ ਭਾਵ ਹੈ ਮੇਰਾ ਖਸਮ, ਮੇਰਾ ਮਾਲਕ, ਮੇਰੇ ਮਾਲਕ ਵਿੱਚ ਦੋਸ਼ ਨਹੀਂ ਹੈਗਾ। ਜੇ ਇਸਤਰੀ ਨੂੰ ਮਾਲਕ ਉਹਦਾ ਨਾਂ ਪ੍ਰਵਾਣੇ ਤੇ ਉਹਨੂੰ ਇਹ ਸਮਝ ਲੈਣਾ ਚਾਹੀਦਾ ਜਿਹੜਾ ਉਹਨੇ ਮੈਨੂੰ ਪ੍ਰਵਾਣਿਆ ਨਹੀਂ ਨਾ, ਮੇਰੇ ਵਿੱਚ ਕੋਈ ਦੋਸ਼ ਹੈ। ਜਿਹੜਾ ਮੈਨੂੰ ਉਹਨੇ ਪ੍ਰਵਾਣਿਆ ਨਹੀਂ, ਮੇਰੇ ਵਿੱਚ ਦੋਸ਼ ਹੈ। ਜੇ ਸਿੱਖਾ, ਜੇ ਤੈਨੂੰ ਰੱਬ ਨੇ ਪ੍ਰਵਾਣਿਆ ਨਹੀਂ ਨਾ, ਤੂੰ ਮਤ ਕਹੀਂ ਕਿ ਗੁਰੂ ਦੋਸ਼ੀ ਹੈ। ਅਸੀਂ ਗੁਰੂ ਨੂੰ ਦੋਸ਼ੀ ਠਹਿਰਾ ਦਿੰਦੇ ਆ, ਆਪਣੇ ਆਪ ਨੂੰ ਨਹੀਂ। ਬਾਬਾ ਫਰੀਦ ਜੀ ਕਹਿੰਦੇ ਨੇ, ਮੇਰੇ ਮਾਲਕ ਦੇ ਵਿੱਚ ਕੋਈ ਦੋਸ਼ ਨਹੀਂ ਹੈ। ਸੋ ਨਾ ਹੀ ਦੋਸ਼ ਮੋਜੀ ਅਵਗੁਣ, ਮੇਰੇ ਵਿੱਚ ਔਗਣ ਭਰੇ ਹੋਏ ਨੇ, ਮੇਰੇ ਮਾਲਕ ਵਿੱਚ ਕੋਈ ਦੋਸ਼ ਨਹੀਂ ਹੈ। ਉਹ ਤੇ ਮੇਰਾ ਮਾਲਕ ਜਿਹੜਾ ਨਾ, ਦੋਸ਼ ਸਾਡੇ ਅੰਦਰੋਂ ਕੱਢਣ ਵਾਲਾ ਹੈ, ਉਹ ਸਾਡੇ ਅੰਦਰ ਦੀ ਸਫਾਈ ਤੇ ਮੈਲ ਕੱਢਣ ਵਾਲਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਤਪ 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 ਕੇ ਭਾਵ ਖੱਪ ਖੱਪ ਕੇ, ਦੁਖੀ ਹੋ ਕੇ। ਲੋਹੇ ਲੋਹੇ ਦਾ ਅਰਥ ਕਰਾਂਗੇ ਲੁੱਛਣਾ। ਅਸੀਂ ਕਈ ਵਾਰੀ ਕਹਿੰਦੇ ਨਾ, ਐਵੇਂ ਕਿਉਂ ਲੁੱਛੀ ਜਾਣਾ ਹੈ, ਇਹ ਸਾਡੀ ਬੋਲੀ ਹੈ ਨਾ, ਐਵੇਂ ਕਿਉਂ ਲੁੱਛੀ ਜਾਣਾ ਹੈ, ਲੁੱਛੀ ਕਿਉਂ ਜਾ ਰਹੇ ਹੈ?
ਤੇ ਜਦੋਂ ਬੰਦਾ ਲੁੱਛਦਾ ਕਦੋਂ ਹੈ? ਜਦੋਂ ਅੱਗ ਬਲਦੀ ਹੋਵੇ, ਉਦੋਂ ਲੁੱਛਦਾ ਹੈ। ਜਦੋਂ ਅੰਦਰ ਕ੍ਰੋਧ ਦਾ ਭਾਂਬੜ ਮਚਦਾ ਹੋਵੇ ਨਾ, ਬੰਦਾ ਐਵੇਂ ਹੀ ਲੁੱਛੀ ਤੁਰਿਆ ਜਾਂਦਾ, ਐਵੇਂ ਹੀ ਕੱਪੜਿਆਂ ਤੋਂ ਬਾਹਰ ਹੋਈ ਜਾਂਦਾ, ਅੱਖਾਂ ਵਿੱਚ ਲਾਲਗੀ ਆ ਜਾਂਦੀ ਹੈ, ਮੂੰਹ ਤੇ ਜਿਹੜਾ ਉਹਦੇ ਪਸੀਨਾ ਆ ਜਾਂਦਾ ਹੈ, ਅੱਖਾਂ ਵਿੱਚੋਂ ਅੱਗ ਵਰਨ ਲੱਗ ਪੈਂਦੀ ਹੈ, ਕਿਉਂਕਿ ਤਪਣ ਲੱਗ ਪੈਂਦਾ। ਮੇਰੇ ਪਾਤਸ਼ਾਹ ਜੀ ਦੇ ਪ੍ਰਥਾਏ ਬਾਬਾ ਫਰੀਦ ਜੀ ਕਹਿੰਦੇ ਨੇ, ਮੈਂ ਲੁੱਛ ਰਿਹਾ ਹਾਥ ਮਰੋਰੋ, ਹੁਣ ਮੈਂ ਆਪਣੀਆਂ ਤਲੀਆਂ ਨੂੰ ਵੀ ਮਰੋੜ ਰਿਹਾ। ਜਦੋਂ ਬੰਦਾ ਲੁੱਛ ਰਿਹਾ ਹੋਵੇ, ਗੁੱਸੇ ਵਿੱਚ ਆਇਆ ਹੋਵੇ, ਆਪਣੇ ਆਪ ਨੂੰ ਵੀ ਤੇ ਕਈ ਚੱਕ ਮਾਰਨ ਲੱਗ ਪੈਂਦੇ ਨੇ, ਆਪਣੇ ਤਨ ਨੂੰ ਵੀ ਦੁੱਖ ਦੇਣ ਲੱਗ ਪੈਂਦੇ ਨੇ, ਖੱਬੇ ਸੱਜੇ ਐਵੇਂ ਹੱਥ ਮਾਰਦੇ ਨੇ, ਕਿਉਂਕਿ ਅੰਦਰ ਅੱਗ ਵਰਨ ਲੱਗ ਪਈ ਹੈ, ਕ੍ਰੋਧ ਆ ਗਿਆ। ਕਦੀ ਇੱਧਰ ਹੱਥ ਮਾਰੇਗਾ, ਕਦੀ ਇੱਧਰ ਟੱਕਰ ਮਾਰੇਗਾ, ਕਿਉਂਕਿ ਅੰਦਰ ਕ੍ਰੋਧ ਹੈ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਲੋਏ ਲੋਏ ਲੁੱਛਣਾ ਹਾਥ ਮਰੋਰੋ, ਕਿਉਂ? ਬਾਵਲ ਹੋਈ, ਬਾਵਲ ਭਾਵ ਝੱਲੀ ਹੋਈ ਫਿਰਦੀ ਹੈ ਜਿੱਦੜੀ, ਸੋ ਸਹਲੋਰੋ ਤੈਸਾ ਹੈ ਮਨ ਮਹਿ ਕੀਆ ਰੋਸ। ਹੇ ਮੇਰੇ ਮਾਲਕ, ਤੂੰ ਮਨ ਵਿੱਚ ਕਿਧਰੇ ਰੋਸ ਤੇ ਨਹੀਂ ਮੇਰੇ ਨਾਲ ਕਰ ਲਿਆ, ਕਿਉਂਕਿ ਮੇਰੇ ਔਗਣਾਂ ਦੇ ਉੱਤੇ ਤੂੰ ਕਿਧਰੇ ਰੋਸ ਤੇ ਨਹੀਂ ਕੀਤਾ। ਗੁਰੂ ਪਿਆਰਿਓ, ਰੱਬ ਰੋਸ ਨਹੀਂ ਕਰਦਾ, ਅਸੀਂ ਰੱਬ ਨਾਲ ਰੁੱਸ ਜਾਂਦੇ ਹਾਂ, ਰੱਬ ਨਹੀਂ ਸਾਡੇ ਨਾਲ ਰੁੱਸਦਾ। ਪਰ ਇਹ ਜਿਹੜਾ ਤਾਪ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ ਤਾਪ ਗਏ, ਇਹ ਤਪਾ, ਇਹ ਜਿਹੜਾ ਕ੍ਰੋਧ ਹੈ ਨਾ, ਸਾਨੂੰ ਤਪਾਉਂਦਾ ਹੈ, ਸਾਨੂੰ ਅੱਗ, ਜਿਹੜਾ ਤਾਪ ਹੈ ਨਾ, ਜਦੋਂ ਬੰਦੇ ਨੂੰ ਤਾਪ ਚੜ ਜਾਏ। ਚਲੋ ਹੁਣ ਤਾਪ ਤੇ ਆਪਾਂ ਥੋੜਾ ਜਿਹਾ ਧਿਆਨ ਦੇਈਏ। ਤਾਪ ਰੋਜ਼ ਕਹਿੰਦੇ ਆ, ਤੀਨੇ ਤਾਪ ਨਿਵਾਰਣ ਹਾਰਾ, ਦੁਖ ਹੰਤਾ ਸੁਖ ਰਾਸ। ਅਧਿਆਤਮਕ, ਜਿਹਨੂੰ ਆਦ ਵਿਆਦ ਤੇ ਉਪਾਦ ਕਹਿੰਦੇ ਆ, ਅਧਿਆਤਮਕ, ਆਦ ਭੌਤਿਕ, ਆਦ ਦੇਵਿਕ, ਇਹ ਤਿੰਨ ਪ੍ਰਕਾਰ ਦਾ ਤਾਪ ਹੈ, ਜਿਹਨੂੰ ਅਸੀਂ ਡਿਪਰੈਸ਼ਨ ਕਹਿ ਦਈਏ, ਮਾਨਸਿਕ ਪ੍ਰੋਬਲਮ ਕਹਿ ਦਈਏ। ਜੇ ਡਿਪਰੈਸ਼ਨ ਵਿੱਚ ਵੀ ਤੁਰੇ ਫਿਰਦੇ ਆ ਵੀ ਤੇ ਤਾਪ ਹੀ ਹੈ ਨਾ, ਦੁਖੀ ਹੁੰਦੇ ਫਿਰਦੇ ਆ। ਇੱਕ ਤਾਪ ਉਹ ਹੈ ਜਦੋਂ ਕੋਈ ਆਣ ਚਾਣ ਚੱਕ ਮੁਸੀਬਤ ਆ ਪੈਂਦੀ ਹੈ, ਹਨੇਰੀ ਆਵੇ, ਬੱਦਲ ਆਵੇ, ਬਿਜਲੀ ਡਿੱਗ ਜਾਵੇ, ਉਹ ਵੀ ਮਨੁੱਖ ਨੂੰ ਤਾਪ ਹੈ, ਕਿਉਂਕਿ ਮੇਰੇ ਬਾਪੂ ਨੇ ਕਿਹਾ ਤਿੰਨੇ ਤਾਪ। ਇੱਕ ਉਹ ਤਾਪ ਹੈ ਜਿਵੇਂ ਕੋਈ ਹੋਣਾ ਵਾਇਰਸ, ਜਿਹੜਾ ਕਹਿੰਦੇ ਇਹਦੇ ਨਾਲ ਲੋਕ ਕੀ ਹੋ ਰਿਹਾ ਹੈ, ਕੋਈ ਜਾਨਵਰ ਮਾਰ ਦੇਵੇ, ਕੋਈ ਅਣਚਾਣ ਚੱਕ ਮੁਸੀਬਤ ਆ ਪੈਂਦੀ ਹੈ। ਇਹ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਤਿੰਨ ਤਾਪ ਮਨੁੱਖ ਨੂੰ ਦਿਨੇ ਰਾਤ ਚੜੇ ਰਹਿੰਦੇ ਨੇ। ਇੱਕ ਤਾਪ ਉਹ ਹੁੰਦਾ ਹੈ ਅਠਵਾੜਾ, ਅਠਵਾੜਾ ਤਾਪ ਹੁੰਦਾ ਹੈ ਵੀ ਇੱਕ ਦਿਨ ਚੜ੍ਹਨਾ ਤੇ 6 ਦਿਨ ਨੋਰਮਲ ਰਹਿਣਾ, ਜਾਂ 6 ਦਿਨ ਚੜ੍ਹਨਾ ਤੇ ਇੱਕ ਦਿਨ ਨੋਰਮਲ ਰਹਿਣਾ, 6 ਦਿਨ ਲਗਾਤਾਰ ਸਰੀਰ ਤਪਦਾ ਰਹਿਣਾ, ਇਹ ਵੀ ਤਾਪ ਹੈ। ਇੱਕ ਤਾਪ ਅਸੀਂ ਕਹਿੰਦੇ ਆ ਉਹ ਹੈ ਜਿਹਨੂੰ ਤਈਆ ਤਾਪ ਕਹਿੰਦੇ ਨੇ। ਤਈਆ ਤਾਪ ਜਿਹੜਾ ਹੈ ਨਾ, ਦੂਸਰੇ ਦਿਨ ਤੀਸਰੇ ਦਿਨ, ਇੱਕ ਦਿਨ ਛੱਡ ਕੇ ਤੀਸਰੇ ਦਿਨ ਚੜ੍ਹਦਾ ਹੈ, ਉਹਨੂੰ ਤੀਸਰੇ ਦਿਨ ਜਿਹੜਾ ਚੜ੍ਹੇ ਨਾ ਟਾਈਮ ਵਿੱਚੋਂ ਦੇ ਦੇ, ਉਹਨੂੰ ਤਈਆ ਤਾਪ ਕਹਿੰਦੇ ਨੇ। ਇੱਕ ਵਾਰੀ ਦਾ ਬੁਖਾਰ ਹੁੰਦਾ ਹੈ, ਇੱਕ ਦਿਨ ਛੱਡ ਕੇ ਦੂਸਰੇ ਦਿਨ ਚੜ੍ਹਨਾ। ਹੁਣ ਗੁਰੂ ਪਿਆਰਿਓ, ਵਾਰੀ ਦਾ ਬੁਖਾਰ ਵੀ ਇੱਕ ਦਿਨ ਛੱਡ ਗਿਆ ਬੰਦੇ ਨੂੰ, ਤਈਆ ਤਾਪ ਵੀ ਤੀਸਰੇ ਦਿਨ ਜਾ ਕੇ ਚੜਿਆ। ਪਰ ਮੇਰੇ ਬਾਪੂ ਨੇ ਕਿਹਾ, ਜਿਹੜਾ ਬੰਦਿਆ ਆਹ ਤਾਪ ਜਿਹੜਾ ਚੜਿਆ, ਇਹ ਨਾ ਤੈਨੂੰ ਦਿਨੇ ਲੱਥਰਦਾ ਏ ਤੇ ਨਾ ਤੈਨੂੰ ਰਾਤ ਨੂੰ ਉਤਰਦਾ ਏ। ਇਹ ਬੈੱਡ ਤੇ ਪਿਆ ਵੀ ਚੜਿਆ ਰਹਿੰਦਾ ਹੈ ਤੇ ਤੁਰਿਆ ਫਿਰਿਆ ਵੀ ਚੜਦਾ ਰਹਿੰਦਾ, ਇਹ ਤੇ ਤੈਨੂੰ ਸਮਾਂ ਦਿੰਦਾ ਹੀ ਨਹੀਂ ਨਾ, ਜਿਹੜਾ ਤੈਨੂੰ ਤਾਪ ਚੜਿਆ ਹੋਇਆ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਤਾਪ ਗਏ ਪਾਈ ਪ੍ਰਭ ਸ਼ਾਂਤ। ਜਦੋਂ ਪ੍ਰਭੂ ਨੇ ਕਿਰਪਾ ਕੀਤੀ ਫਿਰ ਸ਼ਾਂਤ, ਸ਼ਾਂਤ ਤੋਂ ਭਾਵ ਹੈ ਮਨ ਠੰਡਾ ਹੋ ਗਿਆ, ਸ਼ਾਂਤ ਹੋ ਗਿਆ। ਜਦੋਂ ਬੰਦਾ ਐਨ ਤੜਫ ਤੜਫ ਕੇ ਬਹਿ ਜਾਂਦਾ ਹੈ ਨਾ, 5 7 10 ਮਿੰਟਾਂ ਬਾਅਦ ਫਿਰ ਉਹ ਠੰਡਾ ਹੋ ਜਾਂਦਾ, ਫਿਰ ਸੋਚਣ ਲੱਗ ਪੈਂਦਾ, ਮੈਂ ਤੇ ਐਵੇਂ ਇੰਨਾ ਗੁੱਸਾ ਕਰੀ ਗਿਆ, ਗੱਲ ਤੇ ਕੁਝ ਹੈ ਹੀ ਨਹੀਂ ਸੀ, ਗੱਲ ਕੁਝ ਵੀ ਨਹੀਂ ਸੀ। ਤੇ ਜਦੋਂ ਗੁਰੂ ਕਿਰਪਾ ਕਰਦਾ ਹੈ, ਗੁਰੂ ਬਖਸ਼ਿਸ਼ ਕਰ ਦਿੰਦਾ, ਫਿਰ ਉਹ ਸਦਾ ਲਈ ਸ਼ਾਂਤ ਹੋ ਜਾਂਦਾ ਹੈ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਅਸਲੀਅਤ ਦਾ। ਤੇ ਜਦੋਂ ਬੰਦੇ ਨੂੰ ਅਸਲੀਅਤ ਐਵੇਂ ਤੜਫ ਰਿਹਾ ਹੋਵੇ ਤੇ ਅਸਲੀਅਤ ਦਾ ਪਤਾ ਲੱਗ ਜਾਏ, ਫਿਰ ਬੰਦਾ ਪਛਤਾਪ ਕਰਦਾ, ਮੈਂ ਤੇ ਗੁਨਾਹ ਕਰ ਬਹਿਣਾ ਸੀ, ਚੰਗਾ ਹੋ ਗਿਆ ਮੈਂ ਬਚ ਗਿਆ ਵਾਂ। ਤੇ ਜੇ ਗੁਨਾਹ ਕਰ ਬਵੇ ਫਿਰ ਸਲਾਖਾਂ ਮਗਰ ਚਲੇ ਜਾਂਦਾ ਹੈ, ਫਿਰ ਸਾਰੀ ਜ਼ਿੰਦਗੀ ਤੜਫਦਾ ਰਹਿੰਦਾ ਹੈ, ਫਿਰ ਸਾਰੀ ਉਮਰ ਪਛਤਾਪ ਕਰਦਾ ਰਹਿੰਦਾ ਹੈ, ਮੈਂ ਗੱਲ ਕੁਛ ਵੀ ਨਹੀਂ ਸੀ, ਐਵੇਂ ਹੀ ਇਹ ਮੈਂ ਕੰਮ ਕਰ ਬੈਠਾ। ਮੇਰੇ ਸਤਿਗੁਰੂ ਜੀ ਸਾਨੂੰ ਹਮੇਸ਼ਾ ਜਾਗਰਿਤ ਕਰਦੇ ਨੇ
ਕਿਰੇ ਬੰਦਿਆਂ ਐਵੇਂ ਸੜ ਨਾ ਜਾਈ, ਇਸ ਤਾਪ ਦੇ ਜਿਹੜੇ ਇਸ ਤਾਪ ਦੇ ਤੂੰ ਸ਼ਿਕਾਰ ਨਾ ਹੋ ਜਾਈ। ਮੇਰੇ ਸਾਹਿਬ ਜੀ ਕਹਿੰਦੇ ਨੇ ਤਾਪ ਗਏ ਭਾਈ ਪ੍ਰਭ ਸਾਤ, ਸ਼ੀਤਲ ਭਏ। ਸ਼ੀਤਲ ਕਹਿੰਦੇ ਨੇ ਠੰਡਾ, ਚੰਦ ਦੀ ਚਾਨਣੀ ਠੰਡੀ ਹੁੰਦੀ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਚੰਦਨ ਚੰਦ ਨਾ, ਚੰਦਨ ਦੀ ਚਾਂਦਨੀ ਹੋਵੇ ਤੇ ਜਿਹੜਾ ਚੰਦਨ ਦੀ ਲੱਕੜੀ ਦਾ ਕੋਈ ਲੇਪ ਕਰ ਲੈਂਦੇ ਨੇ, ਫੁੱਲ ਗਰਮੀ ਹੋਵੇ ਨਾ ਤੇ ਚੰਦਨ ਦੀ ਲੱਕੜੀ ਠੰਡੀ ਹੁੰਦੀ ਹੈ। ਚੰਦਨ ਚੰਦ ਨਾ ਸ਼ਰਦ ਰੁੱਤ, ਸਰਦੀ ਦੀ ਰੁੱਤ ਹੋਵੇ ਉਹ ਵੀ ਠੰਡ ਹੁੰਦੀ ਹੈ। ਮੇਰੇ ਪਾਤਸ਼ਾਹ ਦੇ ਚੰਦਨ ਚੰਦ ਨਾ ਸ਼ਰਦ ਰੁੱਤ, ਮੋਲ ਨਾ ਮਿਟਾਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਣਾ। ਹੁਣ ਚੰਦਨ ਦੀ ਚਾਂਦ ਦੀ ਚਾਨਣੀ ਹੋਵੇ, ਚੰਦਨ ਤੇਰੇ ਪਿੰਡੇ ਦੇ ਉੱਤੇ ਮਿਲਿਆ ਹੋਵੇ, ਜੇ ਨਾ ਹੋਵੇ ਤੇ ਬਰਫੀਲੀ ਥਾਂ ਹੋਵੇ, ਠੰਡੀ ਥਾਂ ਤੇ ਤੂੰ ਬੈਠਾ ਹੋਵੇਂ, ਮੋਲ ਨਾ ਮਿਟਾਈ ਕਾਮ। ਕਾਮ ਤੋਂ ਭਾਵ ਹੈ ਤੇਰੇ ਮਨ ਦੀ ਤਪਸ਼ ਨਹੀਂ ਮਿਟ ਸਕਦੀ, ਇਹਦੇ ਨਾਲ ਮਨ ਦੀ ਤੜਫਣਾ ਨਹੀਂ ਮਿਟ ਸਕਦੀ। ਭਾਵੇਂ ਜਿੰਨਾ ਮਰਜੀ ਤੂੰ ਏਸੀ ਲਾ ਲੈ, ਜਿੰਨਾ ਮਰਜੀ ਠੰਡੀ ਥਾਂ ਤੇ ਜਾ ਕੇ ਬਹਿ ਜਾ, ਤੇਰਾ ਮਨ ਫਿਰ ਵੀ ਤੜਫਦਾ ਰਹੇਗਾ। ਹਾਂ, ਬਾਹਰ ਜਿੰਨੀ ਮਰਜੀ ਧੁੱਪ ਪੈ ਰਹੀ ਹੋਵੇ, ਪਰ ਜੇ ਕਰੇ ਮਨ ਨੂੰ ਸਕੂਨ ਹੈ ਨਾ, ਉਹ ਫਿਰ ਬੋਡੀ ਦੇ ਉੱਤੇ ਵੀ ਅਸਰ ਨਹੀਂ ਕਰਦੀ। ਤੱਤੀ ਤਵੀ ਤੇ ਵੀ ਇਹ ਮਨ ਠੰਡਾ ਰਹਿ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਕਿਹਾ ਨਾ, ਤੱਤੀ ਤਵੀ ਦੇ ਉੱਤੇ ਬੈਠ ਕੇ ਜਿਉਂ-ਜਿਉਂ ਤੇਰਾ ਹੁਕਮ ਤਿਵੈ ਤੇ ਹੋਣ। ਤੱਤੀ ਰੇਤਾ ਵੀ ਨਹੀਂ ਫਿਰ ਤੱਤੀ ਲੱਗਦੀ, ਗਰਮ ਪਾਣੀ ਉਬਲਦਾ ਹੋਇਆ ਉਹ ਵੀ ਨਹੀਂ ਤੱਤਾ ਲੱਗਦਾ, ਕਿਉਂਕਿ ਮਨ ਦੇ ਵਿੱਚ ਠੰਡ ਹੈ। ਜਿਨ੍ਹਾਂ ਦੇ ਮਨ ਦੇ ਵਿੱਚ ਠੰਡ ਆ ਗਈ ਨਾ, ਜਿਨ੍ਹਾਂ ਦਾ ਮਨ ਠੰਡਾ ਹੋ ਗਿਆ, ਉਹ ਫਿਰ ਬਾਹਰੋਂ ਵੀ ਭਾਵੇਂ ਉਹਨਾਂ ਦੀ ਸਕਿਨ ਨੂੰ ਭਾਵੇਂ ਤਪਦਾ ਹੋਵੇ, ਉਹਨਾਂ ਨੂੰ ਅੰਦਰ ਠੰਡ ਹੈ। ਤਨ ਦੀ ਉਹਨਾਂ ਨੂੰ ਤਪਸ਼ ਜਿਹੜੀ ਹੈ ਦੁਖੀ ਨਹੀਂ ਕਰਦੀ, ਜਿੰਨੀ ਮਨ ਦੀ ਤਪਸ਼ ਦੁਖੀ ਕਰਦੀ ਹੈ। ਮਨ ਠੰਡਾ ਹੋਣਾ ਚਾਹੀਦਾ ਹੈ, ਪਰ ਅਸੀਂ ਮਨ ਨੂੰ ਠੰਡਿਆਂ ਰੱਖਣ ਵਾਸਤੇ ਕੋਈ ਇੰਤਜ਼ਾਮ ਨਹੀਂ ਕੀਤਾ ਅੱਜ ਤੱਕ। ਤਨ ਨੂੰ ਠੰਡਾ ਰੱਖਣ ਵਾਸਤੇ ਬਹੁਤ ਕੁਝ ਮਨੁੱਖ ਨੇ ਕੀਤਾ ਹੈ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਸ਼ੀਤਲ ਭਏ ਕੀਨੀ ਪ੍ਰਭ ਦਾਤ। ਜਦੋਂ ਮੇਰੇ ਪ੍ਰਭੂ ਨੇ ਮਹਿਰਾਮਤ ਦੀਆਂ ਦਾਤਾਂ ਦੇ ਦਿੱਤੀਆਂ, ਬਖਸ਼ਾਂ ਕਰ ਦਿੱਤੀਆਂ, ਉਦੋਂ ਫਿਰ ਮਨ ਅਤੇ ਤਨ ਵੀ ਠੰਡਾ ਹੋ ਜਾਂਦਾ ਹੈ, ਸ਼ੀਤਲ ਹੋ ਜਾਂਦਾ ਹੈ। ਪਰ ਕਿਵੇਂ ਰਹਾਓ? ਸਿਮਰਤ ਸਿਮਰਤ ਪ੍ਰਭ ਕਾ ਨਾਮ। ਮਨ ਠੰਡਾ ਹੁਣ ਕਿਵੇਂ ਹੋਏਗਾ ਜੀ? ਗੁਰੂ ਨੂੰ ਹੀ ਪੁੱਛਣਾ ਪੈਣਾ। ਤੇ ਮੇਰਾ ਸਾਹਿਬ ਜੀ ਕਹਿੰਦੇ ਨੇ, ਸਿਮਰਤ ਸਿਮਰਤ ਪ੍ਰਭ ਕਾ, ਰੱਬ ਦਾ ਨਾਮ, ਹੋਰ ਕਿਸੇ ਦਾ ਨਹੀਂ ਨਾ। ਅਸੀਂ ਤੇ ਆਪਣਿਆਂ ਸਖੀਆਂ ਦਾ, ਆਪਣੇ ਸੰਬੰਧੀਆਂ ਦਾ, ਆਪਣੇ ਪਰਿਵਾਰ ਦਾ ਨਾਂ ਲੈਂਦੇ ਰਹਿੰਦੇ ਹਾਂ, ਉਹਨਾਂ ਦਾ ਨਾਮ ਜਪਦੇ ਰਹਿੰਦੇ ਹਾਂ। ਤੇ ਜਿੰਨਾ ਜਿਹਦਾ ਆਪਣੇ ਪਰਿਵਾਰ, ਧੀ ਪੁੱਤਰ ਇਸਤਰੀ ਦਾ ਨਾਂ ਲਵਾਂਗੇ, ਓਨਾ ਹੀ ਮੋਹ ਮਾਇਆ ਦੀ ਦਲਦਲ ਦੇ ਵਿੱਚ ਫਸਾਂਗੇ ਤੇ ਓਨਾ ਹੀ ਮਨੁੱਖ ਦੁਖੀ ਹੁੰਦਾ ਹੈ। ਲੈ ਤੂੰ ਰੱਬ ਦਾ ਨਾਂ ਲੈ ਤੇ ਸਹੀ, ਪਰਮਾਤਮਾ ਦਾ ਨਾਮ ਲੈ, ਉਸ ਮਾਲਕ ਦਾ ਸਿਮਰਨ ਕਰ, ਮਨ ਨੂੰ ਤੈਨੂੰ ਸਕੂਨ ਮਿਲਣਾ ਸ਼ੁਰੂ ਹੋ ਜਾਏਗਾ, ਮਨ ਵਿੱਚ ਠੰਡਕ ਆਉਣੀ ਸ਼ੁਰੂ ਹੋ ਜਾਏਗੀ। ਮੇਰੇ ਸਾਹਿਬ ਜੀ ਕਹਿੰਦੇ ਨੇ, ਸਿਮਰਤ ਸਿਮਰਤ ਪ੍ਰਭ ਕਾ ਨਾਮ। ਨਾਮ ਮਿਸ ਨਾਮ। ਨਾਮ ਕਰਦਾ ਕੀ ਹੈ? ਨਾਮ ਚਾਨਣਾ ਦਿੰਦਾ ਹੈ, ਨਾਮ ਪ੍ਰਕਾਸ਼ ਦਿੰਦਾ ਹੈ, ਨਾਮ ਬੋਧ ਕਰਾ ਦਿੰਦਾ ਹੈ। ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਹੋਵੇ, ਨਾ ਚੇਤੇ ਹੋਵੇ ਨਾ, ਤੇ ਬੰਦੇ ਨੂੰ ਐਨ ਹੁੰਦਾ ਹੈ ਵੀ ਆਪਾਂ ਨੂੰ ਐਡਰੈਸ ਪਤਾ ਹੈਗਾ, ਆਪਾਂ ਫਲਾਣੇ ਸਮੇਂ ਪਹੁੰਚ ਹੀ ਜਾਣਾ ਜੀ। ਤੇ ਮੂੰਹ 'ਚ ਜ਼ਬਾਨ ਹੋਵੇ, ਐਡਰੈਸ ਦਾ ਪਤਾ ਹੋਵੇ, ਜਿਹਦੇ ਕੋਲ ਮਰਜ਼ੀ ਬੰਦਾ ਇੱਕ ਨਾ ਦੱਸੇਗਾ, ਦੋ ਨਾ ਦੱਸਣਗੇ, ਤਰੇ ਨਾ ਦੱਸਣਗੇ, ਕੋਈ ਨਾ ਕੋਈ ਤੇ ਦੱਸੇਗਾ ਹੀ ਨਾ। ਬੰਦੇ ਨੂੰ ਐਡਰੈਸ ਦਾ ਪਤਾ ਹੈ, ਨਾਂ ਦਾ ਪਤਾ ਹੈ, ਜਿੱਥੇ ਜਾਣਾ ਹੈ ਬੰਦਾ ਉੱਥੇ ਪਹੁੰਚ ਜਾਂਦਾ ਹੈ, ਕੋਈ ਨਾ ਕੋਈ ਹੈਲਪ ਕਰਨ ਵਾਲਾ ਮਿਲ ਜਾਂਦਾ ਹੈ। ਪਰ ਜੇ ਨਾਂ ਭੁੱਲ ਜਾਏ ਫਿਰ ਕੀ ਕਰੇਗਾ? ਜੇ ਨਾਂ ਭੁੱਲ ਜਾਏ, ਹੈਲਪ ਕਰਨ ਵਾਲੇ ਤੇ ਹੈਗੇ ਨੇ, ਫਿਰ ਕੌਣ ਹੈਲਪ ਕਰੇਗਾ? ਕਹੇਗਾ ਵੀ ਨਾਂ ਦੱਸ, ਮੈਂ ਤੈਨੂੰ ਛੱਡ ਆਉਣਾ, ਕਿਹੜੀ ਥਾਂ ਤੇ ਜਾਣਾ ਹੈ, ਕਿਹੜਾ ਐਡਰੈਸ ਹੈ, ਕਿਹਨੂੰ ਮਿਲਣਾ ਹੈ, ਕਿਹੜੇ ਸ਼ਹਿਰ 'ਚ ਜਾਣਾ ਹੈ? ਕਹਿੰਦਾ ਮੈਨੂੰ ਯਾਦ ਨਹੀਂ ਹੈਗਾ, ਮੈਨੂੰ ਪਤਾ ਨਹੀਂ ਹੈਗਾ। ਕਹਿੰਦਾ ਵੀ ਹੁਣ ਤੇ ਮੈਂ ਵੀ ਬੇਵੱਸ ਹਾਂ। ਬਈ ਜੇ ਤੂੰ ਨਾਂ ਦੱਸੇ ਤੇ ਮੈਂ ਤੈਨੂੰ ਉੱਥੇ ਪਹੁੰਚਾ ਸਕਦਾ। ਬੰਦਿਆ, ਜੇ ਤੂੰ ਨਾਂ ਰੱਬ ਦਾ ਯਾਦ ਰੱਖੇ, ਤੈਨੂੰ ਕੌਨਫੀਡੈਂਸ ਹੋਏਗਾ ਤੇਰੇ ਅੰਦਰ, ਤੈਨੂੰ ਵੀ ਮੈਂ ਆਪਣੇ ਮਾਲਕ ਤੱਕ ਪਹੁੰਚ ਜਾਣਾ। ਇਸ ਕਰਕੇ ਨਾਮ ਦੇ ਨਾਲ, ਨਾਮ ਦੀ ਵਾਰ-ਵਾਰ ਗੱਲ ਕੀਤੀ ਜਾਂਦੀ ਹੈ ਕਿ ਨਾਂ ਨਾ ਭੁੱਲ ਜਾਈਂ। ਸਿਆਣੇ ਜਿਹੜੇ ਬਜ਼ੁਰਗ ਨੇ ਆਪਣੇ ਬੱਚੇ ਨੂੰ ਜਦੋਂ ਭੇਜਦੇ ਨੇ ਤੇ ਲਿਖ ਕੇ ਐਡਰੈਸ ਕੀ ਦਿੰਦੇ ਨੇ ਕਿ ਭੁੱਲ ਨਾ ਜਾਈਂ। ਤੇ ਜਿਹੜੇ ਕਾਗਜ਼ ਤੇ ਲਿਖਿਆ ਹੋਵੇ ਉਹ ਹੀ ਘਰੇ ਸੁੱਟ ਪਏ, ਮੇਰੇ ਵਰਗਾ ਬੇਸਮਝ, ਫਿਰ ਕੀ ਕਰੇਗਾ? ਇਸ ਕਰਕੇ ਹਿਰਦੇ ਰੂਪੀ ਕਾਗਜ਼ ਦੇ ਉੱਤੇ ਲਿਖ ਲੈ ਰੱਬ ਦਾ ਨਾਂ,
कि जदों तेरे अंदर कोई औखी घड़ी आवे, उदों मुसीबत बने, उदों रब दा नां निकले। कई बारी कहते हैं किसी के मूँह चों हाय निकलती है, किसी मूँह चों प्यो निकलता है, पापा निकलता है, किसी मूँह चों माँ निकलती है। बंदिया तेरे मूँह चों ना रब दा निकले तो अगले नूं पता होंदा भी ये किनूं याद करदा जांदा है, तो अगला कहता नहीं इन्हूं फलाने थां ते लै चलो, ये फलाने दा नां इन्हें लिया सी, फलाने दा ही पुत्त होना। इन्हें जदों इन्हूं पिया ना दौरा, इन्हें उदों नां अपने फलाने दा लिया सी, ਕੰਨ 'ਚ ਪੈ ਗਿਆ ਤੇ ਲੈ ਗਏ, ਚਲੇ ਗਏ, ਲੈ ਗਏ ਉੱਥੇ। ਤੇ ਜੇ ਬੰਦਿਆ ਜੇ ਤੂੰ ਨਾਮ ਜਪੇਂਗਾ, ਜਦੋਂ ਤੇਰੇ ਉੱਤੇ ਔਕੇ ਘੜੀ ਆਏਗੀ, ਰੱਬ ਦਾ ਤੂੰ ਨਾਂ ਲੈਂਦਾ ਹੋਏਗਾ ਤੇ ਰੱਬ ਤੱਕ ਤੈਨੂੰ ਪਹੁੰਚਾਉਣ ਵਾਲੇ ਬੜੇ ਨੇ, ਪਹੁੰਚਾ ਦੇਣਗੇ। ਤੇਰੀ ਰੱਬ ਦੇ ਨਾਲ ਤੇਰਾ ਮਿਲਾਪ ਹੋ ਜਾਏਗਾ। ਮੇਰੇ ਸਾਹਿਬ ਜੀ ਕਹਿੰਦੇ ਨੇ ਸਿਮਰਤ ਸਿਮਰਤ ਪ੍ਰਭ ਕਾ ਨਾਮ। ਫਿਰ ਜੀ ਅੱਗੇ ਕੀ ਹੋਵੇਗਾ? ਸਗਲ ਰੋਗ ਕਾ ਬਿਨਸਿਆ ਥਾਂ। ਥਾਂ ਦਾ ਅਰਥ ਕਰਾਂਗੇ ਨਿਸ਼ਾਨ। कई बार साडे बजुर्ग कहते हैं इत्थे एवें जा सुहागा फिर पता ना लगे भी इत्थे कुछ चीज़ हैगी सी कि नहीं हैगी सी। इहदे नामो निशान मिटा दे, इत्थे निशानी नहीं रहनी चाहिए। निहदी निशानी मिटा दे, इत्थे निशान ना रवे भी हाँ इत्थे आ चीज़ पहला बनी हुई सी। कोई आवेगा ना तो वेखेगा तो इत्थे तो कुछ है ही नहीं है। निशान मिटा दे, इनू ऐन निद्रा कर दे, इनू एवें पद्धरा कर दे भी इत्थे निशान नहीं छड्डना। ਤੇ ਮੇਰੇ ਬਾਪੂ ਨੇ ਕਿਹਾ ਜੇ ਤੂੰ ਬੰਦਿਆਂ ਤੋਂ ਕਰੇ ਸਿਮਰਨ ਕਰੇਗਾ ਨਾ, ਬੰਦਗੀ ਕਰੇ, ਮਾਲਕ ਦੀ ਸ਼ਰਨ ਦੇ ਵਿੱਚ ਆ ਜਾਵੇਂ, ਸਗਲ ਰੋਗ, ਇੱਕ ਨਹੀਂ ਦੋ ਨਹੀਂ ਤਰੇ ਨਹੀਂ, ਸਾਰਿਆਂ ਦੇ ਸਾਰਿਆਂ ਰੋਗਾਂ ਦਾ ਮੇਰਾ ਗੁਰੂ ਕੀ ਕਰੇਗਾ? ਨਾਮੋ ਨਿਸ਼ਾਨ ਮਿਟਾ ਦੇਗਾ। ਤੇਰੇ ਅੰਦਰ ਦੇ ਵੀ ਤੇ ਬਾਹਰ ਦੇ ਰੋਗ ਵੀ ਬਾਹਰ ਕੱਢ ਕੇ ਰੱਖ ਦੇਗਾ। ਨਾਮ ਨਿਸ਼ਾਨ ਨਹੀਂ ਰਹਿਣ ਦੇਗਾ, ਤੇਰੇ ਰੋਗ ਨਹੀਂ ਰਹਿਣਗੇ ਤੇਰੇ ਕੋਲ। सगल रोग का बिनसिया थाओ। फिर जी की होएगा अगे सिमरन करना? कहते ने सहज सुभाए, सहज आ जाएगा। तेरा अंदर जिहड़ा ताप है, तपदा रहना, विलकदा रहना है, तेरे अंदर सहज आ जाएगा। सहज तो भाव है आत्मक अडोलता आ जाएगी। फिर डोलन तो रहत हो जाएगा। कई बंदे वेखे किन्ने सहज विच रहिंदे ने, बड़े सहजे सहजे तुरते ने, बड़े सहजे सहजे गल करते ने, माड़ा माड़ा मुस्कुराते रहते ने, रब नाल जुड़े रहते ने। उन्हां दे अंदर सहज कभी तिल मिलाते नहीं। तो साडे वर्गे ते माड़ी जी गल करके एवें तिल मिला जाते ने भी फलाने ने मैनूं आख के जाए किधर। उस वेले क्रोध का पारा उस वेले तपना शुरू हो गया, अग का भांबड़ मचना शुरू हो गया। हे कल मोल क्रोधं कदंच करना ना उपरजते। क्रोध फिर कहता है मैं हुण तरस नहीं करना, मैं तो इहनूं छड्डना ही नहीं, क्योंकि ताप अंदर वध गया, पारा अंदर वध गया, भांबड़ अंदर मचण लग पिया। मेरे साहब जी कहते ने जेड़े भाई सिमरन करते ने, सहज सुभाए, सो प्लस भाए। सुभाए का अर्थ करांगे सो, वो रब नूं भा जांदे ने। सुभाए का अर्थ प्यार भी है, सो का अर्थ वखरो कर दो, भाए का अर्थ है वो जेड़े सिमरन करते ने वो रब नूं भा जाते हैं। कई बार कहना ना फलाना बंदा मेरे मन नूं भा गया, फलानी चीज़ मेरे मन नूं भा गई। तो जेड़े सिमरन करते वो रब दे मन नूं भा जाते ने। तो मेरे पातशाह कहते ने बोले हर बाणी अमृत बाणी, हर हर तेरी जलन बुझे। उन्हां दे अंदर दी अग बुझ जाती है। अमृत बाणी हर हर तेरी, सुन सुन होवे परम गत मेरी। जलन बुझी शीतल होए मनुआ। मन की गल फिर आ गई, मन ठंडा हो गया तो सारा कुछ ठंडा है, मन तत्ता है तो सारा कुछ तत्ता है। अंदर दी जलन बुझ गई, सहज आ गई। तो जिन्हों जिहदे अंदर सहज आ गई वो दाते दे मन नूं भा जाता है। पर किवें? आठ पहर प्रभ सिमरो प्राणी। हे प्राणी, प्राणी उन्होंने कहते हैं जिहदे अंदर श्वास चल रहा हो, तो जिहदे अंदर श्वास ना चल रहा हो प्राणी नहीं कहते। जदों अंमृत छक के निकलते हैं ना सिंह, माइयां होण, बीबियां होण, बुढ़े होण, जवान होण, ते बाहर कोई पुछदे भी अज किन्ने प्राणी जहाज चढ़े ने, जहाजे किन्ने प्राणी चढ़े ने। यह बोली है ना साडी, अज भी किन्ने प्राणी जहाजे चढ़े ने। प्राणी का मीनस जिन्हां दे अंदर प्राण चल रहे ने। ते मेरे साहिब जी कहते ने जिन्हां अंदर प्राण चल रहे ने, 8 पहर, 4 दिन ते 4 रात दे 8 पैर होंदे ने। सिमरो प्राणी, हे प्राणी उसे मालक नूं सिमरदा रह, दिने भी ते रात भी।
ਦੁਖ ਦਰਦ ਜਮ ਨੇੜ ਨਾ ਆਵੇ, ਨਾ ਫਿਰ ਤੇਰੇ ਜਮ ਨੇੜੇ ਆਏਗਾ, ਨਾ ਕੋਈ ਦੁੱਖ ਆਏਗਾ, ਨਾ ਕੋਈ ਤਕਲੀਫ ਆਏਗੀ। ਕਿਉਂ? ਕਹੋ ਨਾਨਕ, ਨਾਨਕ ਆਖਦਾ ਹੈ ਜੋ ਹਰ ਗੁਣ ਗਾਵੇ। ਜਿਹੜਾ ਮਨੁੱਖ ਹਰ ਗੁਣ ਗਾਉਂਦਾ ਹੈ, ਰੱਬ ਦੇ ਗੁਣ ਗਾਉਂਦਾ ਹੈ, ਉਹਦੇ ਨੇੜੇ ਇਹ ਫਿਰ ਦੁੱਖ ਤਕਲੀਫਾਂ ਨਹੀਂ ਆਉਂਦੀਆਂ, ਉਹਨੂੰ ਤਈਆ ਤਾਪ ਨਹੀਂ ਚੜਦਾ, ਉਹ ਅੱਗ ਵਾਂਗੂ ਸੜਦਾ ਨਹੀਂ, ਉਹ ਭਬੂਕੇ ਵਾਂਗੂ ਮਚਦਾ ਨਹੀਂ, ਕਰੋਧ ਉਹਨੂੰ ਬਾਲਦਾ ਨਹੀਂ। ਜਿਹੜਾ ਹਰ ਗੁਣ ਗਾਉਂਦਾ ਹੈ, ਜਿਹੜਾ ਹਰੀ ਮਾਲਕ ਦੇ ਗੁਣਾਂ ਨੂੰ ਗਾਉਂਦਾ ਹੈ, ਗੁਰੂ ਪਿਆਰਿਓ ਅੱਜ ਦਾ ਸ਼ਬਦ ਸਾਨੂੰ ਇਹ ਕਹਿ ਰਿਹਾ ਹੈ, ਪ੍ਰਭ ਕਿਰਪਾ ਤੇ ਭਏ ਸੁਹੇਲੇ, ਜਨਮ ਜਨਮ ਕੇ ਵਿਛੜੇ ਮੇਲੇ। ਫਿਰ ਜਨਮਾਂ ਜਨਮਾਂਤਰਾਂ ਦੇ ਵਿਛੜਿਆਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ਜਿਹੜਾ ਗੁਰੂ ਦੇ ਗੁਣ ਗਾਵੇ। ਗੁਰੂ ਅੱਗੇ ਅਰਦਾਸ ਕਰਕੇ ਜਾਈਏ, ਪਾਤਸ਼ਾਹ ਕਿਤੇ ਸਾਡੇ ਤੇ ਵੀ ਇਹ ਕਿਰਪਾ ਕਰ ਦਿਓ, ਮਹਿਰਾਮਤ ਭਰਿਆ ਹੱਥ ਰੱਖ ਦਿਓ। ਜ਼ਰੂਰ ਸਤਿਗੁਰੂ ਜ਼ਰੂਰ ਕਿਰਪਾ ਕਰਨਗੇ। ਕਰੋ ਰਸਨਾ ਨੂੰ ਪਵਿੱਤਰ, ਗੁਰੂ ਚਰਨਾਂ 'ਚ ਕਰੋ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।